ਇਹ ਪੰਥਕ ਏਜੰਡਾ ਹੁੰਦਾ ਸੀ। ਦੇਖੋ ਪੰਜਾਬ ਦੇ ਵਿੱਚ ਜਿਹੜਾ ਸਿੱਖ ਏਜੰਡਾ ਇਸ ਵੇਲੇ ਕੋਈ ਨਹੀਂ ਉਹਨੂੰ ਉਠਾ ਰਿਹਾ, ਕਿਉਂਕਿ ਸਿੱਖ ਏਜੰਡਾ ਜਦੋਂ ਉਠਾਉਣਾ ਤੁਸੀਂ ਤਾਂ ਜਿਸ ਤਰ੍ਹਾਂ ਕਹਿੰਦੇ ਅਸੀਂ ਤਲਵਾਰ ਦੀ ਨੋਕ ਦੇ ਉੱਤੇ ਚੱਲਣ ਵਾਲੀ ਗੱਲ ਹੈ। ਜਿਹੜੇ ਸਿਆਸਤਾਂ ਕਹਿੰਦੇ ਮੈਂ ਕੁਰਬਾਨੀ ਦੇ ਦੂੰਗਾ ਜੇ ਆ ਹੋਇਆ ਤਾਂ ਨਾ ਤਾਂ ਕੁਰਬਾਨੀ ਬਾਦਲ ਨੇ ਦਿੱਤੀ, ਨਾ ਲੌਂਗੋਵਾਲ ਨੇ ਦਿੱਤੀ, ਉਹ ਕਹੀ ਗਏ ਮਰਜੀਵੜਿਆਂ ਸੀ। ਕਿਹੜੀ ਮਰਜੀਵੜੇ ਆ? ਜੇ ਪੰਜਾਬ ਨੂੰ ਆਜ਼ਾਦੀ ਦਿਵਾਉਣੀ ਹੈ, ਪੰਜਾਬ ਦੇ ਮਸਲੇ ਹੱਲ ਕਰਵਾਉਣੇ, ਕਹਿੰਦੇ ਕੁਰਬਾਨੀ ਹੱਲ। ਕੁਰਬਾਨੀ ਇੰਨਾ ਮਿਸਯੂਜ਼ ਹੋਇਆ ਪਹਿਲਾਂ ਜਿਹਦੀ ਤੁਸੀਂ ਕੋਈ ਇੰਤਹਾ ਨਹੀਂ। ਨੌਵੇਂ ਪਾਤਸ਼ਾਹ ਸ਼ਹਾਦਤ ਦੇ ਰਹੇ, ਕਿਸ ਗੱਲ ਤੇ ਸ਼ਹਾਦਤ ਦੇ ਰਹੇ? ਫਰੀडम ਆਫ ਐਕਸਪ੍ਰੈਸ਼ਨ ਆਫ ਰਿਲੀਜਨ, ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕੀਤੀ। ਹੁਣ ਜਦੋਂ ਇੱਥੇ ਕੋਈ ਗੱਲ ਹੁੰਦੀ ਹੈ, ਪੂਰੇ ਮੁਲਕ ਦੀ ਮੈਂ ਗੱਲ ਕਰਦਾ ਹਾਂ, ਉਦੋਂ ਤੇ ਕਹਿੰਦੇ ਕੇਸ ਕਰਾਓ। ਇਸ ਵਕਤ ਅੰਮ੍ਰਿਤਪਾਲ ਸਿੰਘ ਨੂੰ ਤੁਸੀਂ ਕਿਸ ਨਜ਼ਰੀਏ ਨਾਲ? ਦੇਖੋ, ਮੈਂ ਅੰਮ੍ਰਿਤਪਾਲ ਸਿੰਘ ਨੂੰ ਨਾ ਕਦੇ ਮਿਲਿਆ, ਕਿਉਂ ਉਸ ਨੂੰ ਲੋਕ ਐਕਸੈਪਟ ਕਰ ਰਹੇ ਨੇ। ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਦੇ ਵਿੱਚ ਇੱਕ ਬਹੁਤ ਬੜਾ ਲੀਡਰਸ਼ਿਪ ਦਾ ਵੈਕਿਊਮ। ਆਮ ਪਾਰਟੀ ਸਿੱਖਾਂ ਦੀ ਕੋਈ ਗੱਲ ਨਹੀਂ, ਬਲਕਿ ਸਿੱਖਾਂ ਦੇ ਵਿਰੋਧ ਚ ਜੋ ਮੇਰੀ ਅੰਡਰਸਟੈਂਡਿੰਗ ਹੈ, ਤਾਂ ਲੋਕਾਂ ਨੂੰ ਇੱਕ ਉਮੀਦ ਦੇ ਦਿੱਤੀ ਔਰ ਲੋਕਾਂ ਨੂੰ ਇੱਕ ਰੰਜਿਸ਼ ਸੀ, ਗੁੱਸਾ ਸੀ ਅਗੇਂਸਟ ਅਕਾਲੀ ਦਲ, ਅਗੇਂਸਟ ਕਾਂਗਰਸ, ਅਗੇਂਸਟ ਅਦਰ ਪਾਰਟੀ। ਹੁਣ ਜਿਹੜਾ ਤੁਸੀਂ ਕਹਿੰਦੇ ਵੈਕਿਊਮ ਦੇ ਵਿੱਚੋਂ ਲੀਡਰ ਇੱਕ ਨਿਕਲਦਾ ਪਿਆ, ਹਾਂਜੀ, ਇਹ ਲੀਡਰਸ਼ਿਪ ਹੱਲ ਕਰੂਗੀ ਪੰਜਾਬ ਦੀ? ਖਾਲਿਸਤਾਨ ਤੇ ਸਿੱਖ ਰਾਜ ਨੂੰ ਅਲੱਗ-ਅਲੱਗ ਰੱਖ ਕੇ ਦੇਖਦੇ। ਅਸੀਂ ਰਾਜ ਬਣਾਉਣਾ, ਅਸੀਂ ਸਟੇਟ ਨਹੀਂ ਬਣਾਉਣੀ, ਅਸੀਂ ਨੇਸ਼ਨ ਨਹੀਂ ਬਣਾਉਣੀ। ਤੁਹਾਨੂੰ ਖਾਲਿਸਤਾਨ ਵਿਚਾਰਧਾਰਾ ਪਸੰਦ ਨਹੀਂ? ਸਿੱਖ ਰਾਜ ਕੌਮ ਦੇ ਮਸਲਿਆਂ ਦਾ ਹੱਲ ਹੈ, ਪੰਜਾਬ ਦੇ ਮਸਲਿਆਂ ਦਾ ਹੱਲ ਹੈ। ਸਿੱਖ ਰਾਜ ਕੌਮ ਦੇ ਮਸਲਿਆਂ ਦਾ ਹੱਲ ਹੈ ਔਰ ਇਨਸਾਨੀਅਤ ਦੇ ਮਸਲਿਆਂ ਦਾ ਹੱਲ। ਜਸ ਟੀਵੀ ਦੇਖ ਰਹੇ ਤੁਸੀਂ, ਮੈਂ KP ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਪੰਜਾਬ ਵਿੱਚ ਇਸ ਵਕਤ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਹੈ, ਉਸ ਨਾਲ ਦਿੱਲੀ ਤੱਕ ਵੀ ਸਿਆਸਤ ਹਿਲਦੀ ਹੈ। ਦਿੱਲੀ ਤੋਂ ਅੱਗੇ ਵਿਦੇਸ਼ ਤੱਕ ਵੀ ਸਿਆਸਤ ਹਿਲਦੀ ਪਈ ਹੈ। ਪੰਥਕ ਏਜੰਡੇ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਵਿੱਚ। ਕੀ ਪੰਜਾਬ ਉਸ ਦੌਰ ਵੱਲ ਵਾਪਸ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੌਰ ਵਿੱਚੋਂ ਪੰਜਾਬ ਬੜੀ ਮੁਸ਼ਕਲ ਨਾਲ ਨਿਕਲਿਆ ਹੈ? ਇਹੋ ਜਿਹੇ ਸਵਾਲ ਸਾਡੇ ਸਾਹਮਣੇ ਆ। ਉਹਨਾਂ ਸਵਾਲਾਂ ਦੇ ਜਵਾਬ ਕਿਸੇ ਘਚੋਲੇ ਦੇ ਤਹਿਤ ਸਾਨੂੰ ਜਿਹੜੇ ਮਿਲਦੇ ਪਏ ਆ, ਉਹਨਾਂ ਨਾਲ ਸਾਨੂੰ ਪਤਾ ਨਹੀਂ ਲੱਗਦਾ ਪਿਆ ਅਸਲ ਵਿੱਚ ਪੰਜਾਬ 'ਚ ਹੋ ਕੀ ਰਿਹਾ ਹੈ। ਬਹੁਤ ਠੰਡੇ ਦਿਮਾਗ ਨਾਲ ਸਾਨੂੰ ਬਾਬੇ ਨਾਨਕ ਨੇ ਕਿਹਾ ਸੀਗਾ ਕਿ ਸੰਵਾਦ ਗੋਸ਼ਟੀਆਂ ਕਰਨੀਆਂ ਚਾਹੀਦੀਆਂ, ਪਰ ਅਸੀਂ ਹਰ ਗੱਲ 'ਤੇ ਵਿਵਾਦ ਚਾਹੁੰਦੇ ਪਏ ਹਾਂ। ਉਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਕੇ ਸਾਨੂੰ ਸੋਚਣਾ ਪਊਗਾ। ਇਸ ਲਈ ਬਹੁਤ ਹੀ ਖਾਸ ਮਹਿਮਾਨ ਸਾਡੇ ਨਾਲ ਅੱਜ ਮੌਜੂਦ ਰਹਿਣਗੇ, ਜਿਨ੍ਹਾਂ ਨੇ 8 ਕਿਤਾਬਾਂ ਲਿਖੀਆਂ। ਬਹੁਤ ਹੀ ਤਕੜੇ ਇਤਿਹਾਸਕਾਰ ਨੇ ਉਹ, ਜਿਨ੍ਹਾਂ ਦੀ ਗੱਲ ਆਕਸਫੋਰਡ ਤੱਕ ਸੁਣੀ ਜਾਂਦੀ ਹੈ, UN ਤੱਕ ਸੁਣੀ ਜਾਂਦੀ ਹੈ। ਬਹੁਤ ਹੀ ਅਖਬਾਰਾਂ ਦੇ ਵਿੱਚ ਉਹਨਾਂ ਦੇ ਆਰਟੀਕਲ ਲੱਗਦੇ ਆ। 45 ਸਾਲ ਉਹਨਾਂ ਦਾ ਅਧਿਆਪਕ ਦਾ ਤਜਰਬਾ, ਜਿਹੜੀ ਉਹਨਾਂ ਨੇ PhD ਕੀਤੀ ਹੈ ਉਹ ਸਿੰਘ ਸਭਾ ਲਹਿਰ 'ਤੇ ਕੀਤੀ ਹੈ। ਇਸ ਤੋਂ ਇਲਾਵਾ ਕਈ ਐਜੂਕੇਸ਼ਨਲ ਇੰਸਟੀਚਿਊਟ ਹੈ, ਉਹਨਾਂ ਨੂੰ ਉਹ ਸੰਭਾਲਦੇ ਪਏ ਆ ਅਤੇ ਅੱਜ ਵੀ ਉਹ ਜ਼ਿੰਮੇਵਾਰੀਆਂ ਨਿਭਾਉਂਦੇ ਪਏ ਆ। ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅਸਲ ਵਿੱਚ ਪੰਜਾਬ ਦੇ ਵਿੱਚ ਕਿਹੜਾ ਏਜੰਡਾ, ਕਿਹੜਾ ਨੈਰੇਟਿਵ, ਕਿਹੜਾ ਡਿਸਕੋਰਸ ਸਿਰਜਿਆ ਜਾ ਰਿਹਾ, ਉਸ ਬਾਬਤ ਗੱਲ ਕਰਾਂਗੇ। ਮੇਰੀ ਮੁਰਾਦ ਹੈ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ। ਢਿੱਲੋਂ ਸਾਹਿਬ, ਬਹੁਤ ਸਵਾਗਤ ਹੈ ਸਰ ਤੁਹਾਡਾ। ਬਹੁਤ ਮਿਹਰਬਾਨੀ KP ਸਿੰਘ ਜੀ, ਤੁਹਾਡਾ ਬਹੁਤ ਸਤਿਕਾਰ ਸਹਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਰੋਤਿਆਂ ਨੂੰ, ਜਸ ਟੀਵੀ ਦੇਖ ਵਾਲੇ ਸਰੋਤਿਆਂ ਨੂੰ, ਦੂਰ ਦੁਰਾੜ ਬੈਠਿਆਂ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਡਾਕਟਰ ਢਿੱਲੋਂ ਜੀ, ਬਹੁਤ ਸਧਾਰਨ ਸਵਾਲ ਹੈ ਮੇਰਾ। ਹਾਂਜੀ ਢਿੱਲੋਂ, ਹਾਂਜੀ, ਇਹ ਪੰਥਕ ਏਜੰਡਾ ਹੁੰਦਾ ਕੀ ਹੈ ਸਰ? ਦੇਖੋ, ਪੰਥਕ ਏਜੰਡਾ ਹੁੰਦਾ ਹੈਗਾ ਜਿਹੜਾ ਪੰਥ ਦੇ ਨਾਲ ਰਿਲੇਟਡ ਹੈ। ਪੰਥ ਦੀਆਂ ਆਪਣੀਆਂ ਕੋਈ ਐਸਪੀਰੇਸ਼ਨਸ ਹੈਗੀਆਂ, ਪੰਥ ਦਾ ਆਪਣਾ ਇੱਕ ਇਤਿਹਾਸ ਆ, ਪੰਥ ਦੀ ਇੱਕ ਆਪਣੀ ਆਈਡੀਓਲੋਜੀ ਆ, ਪੰਥ ਦਾ ਇੱਕ ਵਿਚਾਰਧਾਰਾ ਹੈ ਜੋ ਦੁਨੀਆ ਦੇ ਵਿੱਚ ਬਹੁਤ ਯੂਨੀਕ ਹੈ, ਡਿਫਰੈਂਟ ਹੈਗੀ ਹੈ, ਜਿਹਦਾ ਕੋਈ ਸਾਨੀ ਨਹੀਂ, ਜਿਹਦੇ ਮੁਕਾਬਲੇ ਦਾ ਹਰ ਪਹਿਲੂ ਦੇ ਉੱਤੇ ਮਤਲਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਕ ਜਿਉਂਦੀ ਜਾਗਦਾ ਸਾਕਸ਼ਾਤ ਗੁਰੂ ਆ ਸਿੱਖਾਂ ਦਾ, ਵਿਚ ਇਜ਼ ਏ ਯੂਨੀਕ ਫੀਚਰ ਇਨ ਦੀ ਹਿਸਟਰੀ ਆਫ ਸਪਿਰਿਚੁਅਲਿਟੀ। ਦੁਨੀਆ ਦੇ ਵਿੱਚ ਕੋਈ ਜਿਹੜੀ ਧਾਰਮਿਕ ਕਿਤਾਬ ਹੈ ਨਾ, ਉਸ ਦਾ ਕਦੇ ਉਸ ਕਿਸਮ ਦਾ ਸਟੇਟਸ ਨਹੀਂ ਹੋਇਆ ਜਿਸ ਕਿਸਮ ਦਾ ਗੁਰੂਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤਾ। ਮਹਾਰਾਜ ਨੇ ਬੀੜ ਦੇ ਵਿੱਚ ਜਦੋਂ ਬੀੜ ਲੈ ਕੇ ਆਏ, ਉਹਦੇ 'ਚ ਵਾਕ ਆ, ਪੋਥੀ ਪਰਮੇਸ਼ਰ ਕਾ ਥਾਨ। ਬੀੜ ਆ ਜਿਹੜੀ ਉਹ ਮਤਲਬ ਆ ਪਰਮੇਸ਼ਰ ਦੀ ਜਗ੍ਹਾ ਹੈ, ਰੱਬ ਦੀ ਜਗ੍ਹਾ ਹੈ। ਇਹ ਮਹਾਰਾਜ ਨੇ ਇੱਕ ਵਾਕ ਉਸ ਦੇ ਵਿੱਚ ਲਿਖ ਕੇ ਲੈ ਕੇ ਆਏ। ਜਦੋਂ ਵਾਕ, ਇਹ ਸੁਣਨ ਵਾਲੀ ਗੱਲ ਹੈ, ਇਹ ਬੜੀ ਯੂਨੀਕ ਗੱਲ ਹੈ। ਫਿਰ ਉਹਨਾਂ ਨੇ ਕੀ ਕੀਤਾ, ਜਦੋਂ ਉਹ ਬੀੜ ਸਾਹਿਬ ਨੂੰ ਲੈ ਕੇ ਆਏ ਤਾਂ ਉਸ ਤੋਂ ਪਹਿਲਾਂ ਮਹਾਰਾਜ ਜਿਹੜੇ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ,
ਉਹ ਦਰਬਾਰ ਸਾਹਿਬ ਦੇ ਵਿੱਚ ਮੰਜੀ ਤੇ ਬਿਰਾਜਮਾਨ ਹੋ ਕੇ ਆਪਣੇ ਜਿਹੜੇ ਫਾਲੋਅਰ ਸੀ ਉਹਨਾਂ ਨੂੰ ਐਡਰੈਸ ਕਰਿਆ ਕਰਦੇ ਸੀ। ਉਹ ਜ਼ਮੀਨ ਤੇ ਫਰਸ਼ ਤੇ ਬੈਠਦੇ ਸੀ। ਜਿਸ ਵਕਤ ਬੀੜ ਲੈ ਕੇ ਆਏ ਉਹ ਮੰਜੀ ਤੇ ਬਿਰਾਜਮਾਨ ਕਰ ਦਿੱਤੀ ਤੇ ਆਪ ਫਰਸ਼ ਦੇ ਉੱਤੇ ਬੈਠ ਗਏ। ਦਿਸ ਹੈਜ਼ ਹੈਪਨਡ ਫॉर ਦੀ ਫਸਟ ਟਾਈਮ ਇਨ ਦੀ ਸਪਿਰਿਚੁਅਲ ਹਿਸਟਰੀ ਆਫ ਮੈਨਕਾइंड। ਦੁਨੀਆ ਦੇ ਸਪਿਰਿਚੁਅਲ ਇਤਿਹਾਸ ਦੇ ਵਿੱਚ ਪਹਿਲੀ ਵਾਰ ਜਿਹੜੀ ਇੱਕ ਸਪਿਰਿਚੁਅਲ ਬੁੱਕ ਹੈ ਉਸ ਨੂੰ ਇਤਨਾ ਬੜਾ ਸਟੇਟਸ ਦੇਤਾ ਕਿ ਪੈਗੰਬਰ ਤੋਂ ਵੀ ਉੱਪਰ, ਪ੍ਰੋਫਿਟ ਤੋਂ ਵੀ ਉੱਪਰ। ਬਾਕੀ ਸਾਰੀਆਂ ਦੁਨੀਆ ਦੀਆਂ ਜਿੰਨੀਆਂ ਵੀ ਧਾਰਮਿਕ ਕਿਤਾਬਾਂ, ਮੈਂ ਉਹਨੂੰ ਨਿੰਦ ਨਹੀਂ ਰਿਹਾ, ਮੈਂ ਉਹਨੂੰ ਨਾ ਕੰਪੈਰੀਜ਼ਨ ਕਰ ਰਿਹਾ, ਪਰ ਇੱਕ ਗੱਲ ਡਿਫਰੈਂਟ ਹੈਗੀ ਆ ਕਿ ਉਹਨਾਂ ਦਾ ਜਿਹੜਾ ਸਟੇਟਸ ਹੈ, ਚਾਹੇ ਕੁਰਾਨ ਆ, ਚਾਹੇ ਬਾਈਬਲ ਆ, ਚਾਹੇ ਟੋਰਾ ਹੈ, ਚਾਹੇ ਹਿੰਦੂ ਰਿਲੀਜੀਅਸ ਬੁੱਕਸ ਹੈਗੀਆਂ, देयर स्टेटस इज मच लोअर दैन दी प्रॉफिट्स। हेयर दी स्टेटस ऑफ ए स्पिरिचुअल बुक जिहड़ी हैगी आ, बीड़ जिहड़ी हैगी आ, पोथी परमेश्वर का ही था, उन्हें रब दा ही। दूसरियां जिहड़ियां जिन्नियां धार्मिक किताबां के पी जी वो रस्ता दसदियां रब नूं पहुंचण दा, भी आ रस्ता हैगा, इधर तुसी चलोगे, आ तुसी कर्म कांड करोगे, आ तुसी चीज़ां ऑब्जर्व करोगे, आ तुसी इस पहलू ते चलोगे, उस ते चलोगे। नो, हेयर गॉड इज इन दिस बुक, दिस बुक इन इटसेल्फ इज गॉड। ये रब है। इस गलों मतलब यही एक कारण है, महाराज ने पहले पातशाह ने कहा शब्द गुरु, शब्द गुरु और शब्द अंकित कर दिता पंजवें पातशाह ने। और फिर थोनों होर दसदा इहदी यूनीकनेस दसदा, क्योंकि यही बेसिक साडा दूसरियां नाल कॉन्फ्लिक्ट है इस गल दे उत्ते की है। जिहड़ियां दूसरियां धार्मिक किताबां हैगियां ਉਹ सबॉर्डीनेट हैगियां प्रॉफिट्स दे। अच्छा, दूसरियां सारियां धार्मिक किताबां दुनिया दियां जिन्नियां भी, चाहे बौद्धियां दियां, चाहे जैनियां दियां, चाहे हिंदुआं दियां, चाहे मुसलमानां दी कुरान आ, चाहे बाइबल आ, चाहे टोरा, ज्यूज दी टोरा, उन्होंने टोरा कहते हैं, वो सारियां लिखियां गई ओरल ट्रेडिशन ते। ओरल ट्रेडिशन एक ने कही, दूसरे ने सुनी, दूसरे ने सुनी, तीसरे ने सुनी, तीसरे ने सुनी, चौथे 700 साल बाद वो लिखी गई। जिस तरह बाइबल है, ओल्ड टेस्टामेंट, न्यू टेस्टामेंट, मतलब वो अपॉसल्स ने लिखियां, समझे कि नहीं। तो कुरान भी इस तरीके ना प्रॉफिट मुहम्मद साहब तो बहुत देर बाद च लिखा गया। इको दुनिया की धार्मिक किताब है जिहड़ी रिटन ट्रेडिशन ते है, लिखी हुई है, और पैगंबर ने आप लिखी है, प्रॉफिट ने आप लिखी है, गुरु ने आप लिखी है, अपनी सुपरविजन च लिखवाई है, समझे जी। तो इस करके अच्छा, दूसरी ਜਦੋਂ मतलब ਜਿਹੜੇ ਮੁਸਲਮਾਨ ਆ ਉਹ ਮੈਂ ਉਹਨਾਂ ਨੂੰ ਨਿੰਦ ਨਹੀਂ ਰਿਹਾ, ਕਿਸੇ ਧਰਮ ਨੂੰ ਨਹੀਂ ਮੈਂ ਨਿੰਦ ਰਿਹਾ, ਕਿਉਂਕਿ ਪ੍ਰੋਫਿਟ ਮੁਹੰਮਦ ਸਾਹਿਬ ਦੀ ਆਪਣਾ ਇੱਕ ਬਹੁਤ ਬੜਾ ਸਟੇਟਸ ਆ। ਇੱਕ ਨਵਾਂ ਧਰਮ ਚਲਾ ਦੇਣਾ ਕੋਈ ਛੋਟੀ ਗੱਲ ਨਹੀਂ, ਔਰ ਐਡੇ ਜਗ੍ਹਾ ਉਸ ਨੂੰ ਫੈਲਾ ਦੇਣਾ। ਇਸੇ ਤਰੀਕੇ ਨਾਲ ਕ੍ਰਾਈਸਟ ਹੈ, ਉਸਨੇ ਵੀ ਇੱਕ ਨਵਾਂ ਧਰਮ ਹੈ, ਲੇਕਿਨ ਉਹ ਸਾਰੇ ਧਰਮ ਕਿਸ ਤਾਕਤ ਦੇ ਉੱਤੇ ਚੱਲੇ? ਉਹ ਸਟੇਟਾਂ ਦੀ ਤਾਕਤ ਤੇ ਚੱਲੇ, ਉਹ ਤਲਵਾਰਾਂ ਦੀ ਤਾਕਤ ਤੇ ਚੱਲੇ। ਉਹਨਾਂ ਨੇ ਅਲਿਓਰਮੈਂਟ ਦਿੱਤੀਆਂ ਲੋਕਾਂ ਨੂੰ, ਲਓ ਜੀ ਆ ਤੁਹਾਨੂੰ ਨੌਕਰੀਆਂ, ਆ ਤੁਹਾਨੂੰ ਪੈਸੇ, ਆ ਤੁਹਾਨੂੰ ਆ ਚੀਜ਼ ਦੇਤੀ, ਆ ਚੀਜ਼ ਦੇਤੀ। ਲੇਕਿਨ ਇੱਕ ਹੀ ਧਰਮ ਗੁਰੂ ਨਾਨਕ ਦਾ, ਜਿਸ ਨੇ ਨਾ ਤਾਂ ਅਲਿਓਰਮੈਂਟ ਦਿੱਤੀ, ਨਾ ਕੋਈ ਟੈਂਪਟੇਸ਼ਨ ਦਿੱਤੀ, ਨਾ ਕੋਈ ਅਹੁਦਾ ਦਿੱਤਾ। ਉਸ ਨੇ ਕਿਹਾ ਵੀ ਇੱਕ ਵਿਚਾਰਧਾਰਾ ਹੈ ਜੀ, ਉਸ ਵਿਚਾਰਧਾਰਾ ਨੂੰ ਤੁਸੀਂ ਅੰਬਰੇਸ ਕਰ ਲਓ। ਲਿਵਿੰਗ मतलब वो एक विचारधारा है जिस दे उत्ते तुसी अपना जीवन करना। अच्छा, दूसरी गल एक बहुत इंपॉर्टेंट गल, हुणे मैनू ऑस्ट्रिया तो एक बहुत बड़ा क्रिश्चन उत्थे बहुत बड़ा इंस्टीट्यूट है, उहदा एक कारण कोन आया, मैनू इंटरव्यू कर रहा सीगा। वो कह रहा सी जो पास्टर इत्थे कर रहा की झगड़ा हैगा। मैं कहा झगड़ा बेसिक हैगा, सिखां दे विच जिहड़ा दुख ते सुख इज ए पार्ट ऑफ लाइफ। जे गुरु ने, रब ने थोनू सुख दिता तो रब ने ही दुख दिता। कोई ऐसा उपाय नहीं तुसी भाणा मनना, कोई ऐसा तरीका नहीं जिस तरीके दे नाल तुसी दुख नू दूर कर सको। और प्रॉब्लम कित्थे आउंदी है सिखिज्म दे विच, जदों असी उस भाणे नू, उस जिहड़ी करनी है उस नू असी डिफाई करते हैं, डिनाई करते हैं भी नहीं, सुख साडा अपना, दुख सानू किसी होर ने दिता, रब ने दिता या किसी होर ने दिता। ਤਾਂ ਮਤਲਬ ਹਿੰਦੂਆਂ ਦੇ ਵਿੱਚ ਵੀ ਉਸ ਦੇ ਪਾਓ, ਤੁਸੀਂ ਮੂਰਤੀਆਂ ਨੂੰ ਭੋਜਨ ਛਕਾਓ, ਜਲ ਪ੍ਰਵਾਹ ਕਰੋ, ਦੁੱਧ ਉਹਨਾਂ ਦੇ ਨਾਲ ਇਸ਼ਨਾਨ ਕਰਾਓ, ਬਸਤਰ ਪਹਿਨਾਓ, ਭੋਜਨ ਛਕਾਓ, ਦਿਸ ਕਰੋ, ਜੋ ਰਿਚੁਅਲਿਜ਼ਮ ਹੈ ਦੂਸਰੇ ਧਰਮਾਂ ਦੇ ਵਿੱਚ ਵੀ ਸਿਰਫ ਤੇ ਸਿਰਫ
ਸਿੱਖ ਕਿਸਮ ਦੇ ਵਿੱਚ ਇੱਕ ਯੂਨੀਕ ਗੱਲ ਹੈ ਜੀ ਜਿਸ ਦੇ ਵਿੱਚ ਮਤਲਬ ਯੂ ਹੈਵ ਟੂ ਐਕਸੈਪਟ ਦੀ ਵਿਲ ਆਫ ਗੋਡ। ਜੇ ਤੁਸੀਂ ਸੌਰੋਸ ਦੁੱਖ ਵੀ ਰੱਬ ਨੇ ਦਿੱਤਾ, ਸੁੱਖ ਵੀ ਰੱਬ ਨੇ ਦਿੱਤਾ, ਉਹਦਾ ਭਾਣਾ ਮੰਨੋ। ਜੇ ਤੁਸੀਂ ਜਦੋਂ ਭਾਣਾ ਨਹੀਂ ਮੰਨਦੇ ਨਾ KP ਜੀ, ਫਿਰ ਤਕਲੀਫ ਹੁੰਦੀ ਹੈ। ਅਸੀਂ ਇੱਕ ਮਨ ਦੇ ਵਿੱਚ ਆਦਮੀ ਦੀ ਇੱਕ ਫਿਤਰਤ ਹੈ, ਆਦਮੀ ਦੇ ਵਿੱਚ ਇੱਕ ਕਮਜ਼ੋਰੀ ਹੈ ਕੁਦਰਤੀ ਤੌਰ ਤੇ, ਨੇਚਰ ਤੌਰ ਦੇ ਉੱਤੇ, ਕਿ ਅਸੀਂ ਜਦੋਂ ਕੋਈ ਦੁੱਖ ਹੁੰਦਾ ਤਾਂ ਅਸੀਂ ਤੜਫਦੇ, ਤਾਂ ਜਦੋਂ ਸੁੱਖ ਹੁੰਦਾ ਅਸੀਂ ਕਹਿੰਦੇ ਤਾਂ ਮੇਰੀ ਕ੍ਰੀਏਸ਼ਨ ਹੈ। ਨੋ, ਬੋਥ ਆਫ ਥੀਸ ਥਿੰਗਸ, sorrows and happinesses, good and bad, is the gift of God। ਚਲੋ ਤੁਸੀਂ ਕਹਿ ਰਹੇ ਹੋ ਭਾਣਾ ਮੰਨਣਾ ਹੀ ਸਿੱਖ ਦਾ ਧਰਮ ਹੈ। ਇਹੀ ਸਿੱਖ ਨੂੰ ਦੱਸਿਆ ਗਿਆ, ਸਮਝਾਇਆ ਗਿਆ ਤੇ ਕਿ ਇਸ ਦਾ ਕੋਈ ਮਤਲਬ ਹੱਲ ਨਹੀਂ ਹੈ, ਐਕਸੈਪਟੈਂਸ ਆਫ ਦੀ ਵਿਲ ਆਫ ਗੋਡ, ਜਿਹਨੂੰ ਅੰਗਰੇਜ਼ੀ ਚ ਕਹਿੰਦੇ। ਮੈਂ ਛੋਟਾ ਜਿਹਾ ਵਕਫਾ ਲੈਣਾ ਡਾਕਟਰ ਢਿੱਲੋਂ ਨੂੰ ਰੋਕਣਾ ਬੜਾ ਔਖਾ ਹੁੰਦਾ ਕਿਉਂਕਿ ਡਾਕਟਰ ਢਿੱਲੋਂ ਕੋਲੇ ਤਰਕ ਬਹੁਤ ਜ਼ਬਰਦਸਤ ਹੈ, ਪਰ ਪੰਜਾਬ ਨੂੰ ਕਿਹੜੇ ਤਰਕ ਦੀ ਜ਼ਰੂਰਤ ਹੈ ਕੀ ਹੈ ਤੇ ਪੰਜਾਬ ਨੂੰ ਲਿਜਾਇਆ ਕਿੱਧਰ ਜਾ ਰਿਹਾ, ਸਵਾਲ ਇਹੀ ਹੈ ਤੇ ਵਾਪਸ ਆ ਰਿਹਾ। ਫਿਰ ਤਾਂ ਸਵਾਗਤ ਕਰਦੇ ਹਾਂ ਡਾਕਟਰ ਢਿੱਲੋਂ। ਪੰਜਾਬ ਦੇ ਵਿੱਚ ਇਸ ਵਕਤ ਕਿਹੜਾ ਏਜੰਡਾ ਚੱਲਦਾ ਪਿਆ, ਪੰਥਕ ਏਜੰਡਾ? ਜੇ ਪੰਜਾਬ ਵਿੱਚ ਇਸ ਵਕਤ ਤੇ ਬਹੁਤ ਬਹਿਸ ਹੋ ਰਹੀ ਹੈ। ਹਾਂਜੀ, ਮੈਂ ਜਿਵੇਂ ਤੁਹਾਡੇ ਤੋਂ ਪਹਿਲਾਂ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਸਾਡੇ ਬਹੁਤੇ ਹਿੱਸੇ ਨੂੰ ਇਹ ਨਹੀਂ ਪਤਾ ਕਿ ਏਜੰਡਾ ਹੈ ਕੀ ਹੈ। ਦੈਟਸ ਰਾਈਟ। ਦੇਖੋ, ਪੰਜਾਬ ਦੇ ਵਿੱਚ ਜਿਹੜਾ ਸਿੱਖ ਏਜੰਡਾ ਇਸ ਵੇਲੇ ਕੋਈ ਨਹੀਂ ਉਹਨੂੰ ਉਠਾ ਰਿਹਾ, ਕਿਉਂਕਿ ਸਿੱਖ ਏਜੰਡਾ ਜਦੋਂ ਉਠਾਉਣਾ ਤੁਸੀਂ ਤਾਂ ਜਿਸ ਤਰ੍ਹਾਂ ਕਹਿੰਦੇ ਅਸੀਂ ਤਲਵਾਰ ਦੀ ਨੋਕ ਦੇ ਉੱਤੇ ਚੱਲਣ ਵਾਲੀ ਗੱਲ ਹੈ। ਸਿੱਖਾਂ ਦਾ ਜੋ ਏਜੰਡਾ ਹੈ ਉਹ ਮਤਲਬ ਸੱਚਾਈ ਤੇ ਆਧਾਰਿਤ ਹੈ। ਸੱਚਾਈ ਜਿਹੜੀ ਆ ਉਹ ਸਮਟਾਈਮਸ ਬੜੀ ਤਕਲੀਫ ਦਿੰਦੀ ਹੈ, ਬੋਲਣ ਵਾਲੇ ਨੂੰ ਵੀ ਦਿੰਦੀ ਹੈ, ਸੁਣਨ ਵਾਲੇ ਨੂੰ ਵੀ ਦਿੰਦੀ ਹੈ। ਤਾਂ ਜਦੋਂ ਕੋਈ ਵੀ ਬੰਦਾ ਪਿਓਰਿਟੀ ਆਫ ਸਿੱਖੀਜ਼ਮ ਦੇ ਉੱਤੇ ਆ ਕੇ ਸੱਚਾਈ ਦੀ ਗੱਲ ਕਰੇਗਾ ਤਾਂ ਉਸ ਨੂੰ ਮਤਲਬ ਸ਼ਹਾਦਤ ਦੇਣੀ ਪਏਗੀ। ਸ਼ਹਾਦਤ ਦਾ ਅਰਥ ਕੀ ਹੈ? ਸ਼ਹਾਦਤ ਦਾ ਅਰਥ ਹੈ ਐਵੀਡੈਂਸ ਟੂ ਦੀ ਟਰੁਥ ਆਫ ਗੋਡ। ਸ਼ਹਾਦਤ ਅਸੀਂ ਪਿੰਡਾਂ 'ਚ ਸ਼ਹਾਦਤ ਦੇਣ ਜਾਂਦੇ ਨਹੀਂ, ਗਵਾਹੀ ਦੇਣ ਜਾਂਦੇ। ਗਵਾਹੀ ਤੋਂ ਮਤਲਬ ਹੈ ਐਵੀਡੈਂਸ ਤੋਂ ਮਤਲਬ ਹੈ ਐਵੀਡੈਂਸ ਕਿਸ ਚੀਜ਼ ਤੇ ਤੁਸੀਂ ਦੇ ਰਹੇ ਹੋ। ਜੇ ਐਵੀਡੈਂਸ ਤੁਸੀਂ ਰੱਬ ਦੇ ਨਾਂ ਦੇ ਉੱਤੇ ਦੇ ਰਹੇ ਹੋ ਤਾਂ ਯੂ ਵਿਲ ਹੈਵ ਟੂ ਸਫਰ, ਯੂ ਵਿਲ ਹੈਵ ਟੂ ਗਿਵ ਮਾਰਟਰਡਮ। ਸ਼ਹਾਦਤ ਦੇਣੀ ਪਈ। ਸ਼ਹਾਦਤ ਦਾ ਮਤਲਬ ਹੀ ਹੈ। ਔਰ ਫਿਰ ਤੁਹਾਨੂੰ ਹੋਰ ਦੱਸ ਦੇਣਾ, ਈਸਾਈਆਂ ਵਿੱਚ ਵੀ ਸ਼ਹਾਦਤ ਦਾ ਸੰਕਲਪ ਹੈ, ਮੁਸਲਮਾਨਾਂ 'ਚ ਵੀ ਹੈ, ਜਿਊਸ 'ਚ ਵੀ ਹੈਗਾ, ਲੇਕਿਨ ਹਿੰਦੂਆਂ ਦੇ ਵਿੱਚ ਨਹੀਂ। ਤਾਂ ਉਹ ਸ਼ਹਾਦਤ ਜਿਹੜੇ ਦੋਨਾਂ ਜਿੱਦਾਂ ਕਨਸੈਪਟ ਹੈ ਨਾ, ਬਹੁਤ ਸਾਰੇ ਇਤਿਹਾਸਕਾਰਾਂ ਨੇ ਕਿਹਾ ਜੀ ਸਿੱਖਾਂ ਨੇ ਬਾਰੋ ਕੀਤਾ ਫਰੋਮ ਇਸਲਾਮ, ਇਹ ਜਨਰਲੀ ਕਹੀ ਜਾਂਦੀ ਹੈ। ਨਹੀਂ, ਉਹਨਾਂ ਨੂੰ ਸਮਝ ਨਹੀਂ ਇਤਿਹਾਸਕਾਰਾਂ ਨੂੰ ਜਾਂ ਜੋ ਵਿਚਾਰਵਾਨ ਹੈਗੇ ਜਾਂ ਜੋ ਲਿਖਾਰੀ ਹੈਗੇ। ਜਿਹੜਾ ਮਤਲਬ ਕਨਸੈਪਟ ਆਫ ਮਾਰਟਰਡਮ ਇਸਲਾਮ ਜਾਂ ਕ੍ਰਿਸਚੈਨਿਟੀ ਜਾਂ ਜੂਸ਼ ਰਿਲੀਜਨ 'ਚ ਉਹਦੇ 'ਚ ਹੈ ਸਵਰਗ ਤੇ ਨਰਕ ਦੀ ਗੱਲ, ਕਿ ਨਰਕ ਦੇ ਵਿੱਚ ਜੇ ਤੁਸੀਂ ਸਵਰਗ ਦੇ ਵਿੱਚ ਜਾਣਾ ਹੈ ਤਾਂ ਤੁਹਾਨੂੰ ਸ਼ਹਾਦਤ ਜਦੋਂ ਦੇ ਦਿੱਤੀ, ਯੂ ਵਿਲ ਗੋ ਇਨਟੂ ਦੀ ਹੈਵਨ, ਜਿੱਥੇ ਤੁਹਾਨੂੰ ਸਾਰੀਆਂ ਉਹ ਚੀਜ਼ਾਂ ਮਿਲਣਗੀਆਂ ਜਿਹੜੀਆਂ ਇਸ ਜੀਵਨ 'ਚ ਵਰਜਿਤ ਆ। ਜੋ ਸ਼ਰਾਬ ਵਰਜਿਤ ਆ, ਇਸੇ ਤਰੀਕੇ ਨਾਲ ਹੂਰਾਂ ਵਰਜਿਤ ਆ, ਜਾਂ ਇਸ ਕਿਸਮ ਦੀਆਂ ਚੀਜ਼ਾਂ। ਪਰ ਸਿੱਖੀਜ਼ਮ ਦੇ ਵਿੱਚ ਇਹ ਕਮਿਟਮੈਂਟ ਨਹੀਂ ਦਿੱਤੀ ਗਈ। ਦੇਖੋ, ਬਿਊਟੀ ਆਫ ਦੀ ਗ੍ਰੈਂਜਰ ਆਫ ਗੁਰੂ ਕੀ ਹੈ। ਉਹ ਕਹਿ ਰਿਹਾ ਵੀ ਜੇ ਸ਼ਹਾਦਤ ਰੱਬ ਦੇ ਨਾਂ ਦੇ ਉੱਤੇ ਦੇ ਦਿੱਤੀ ਤਾਂ ਮੰਗਣਾ ਕੀ? ਦੈਟ ਇਨ ਇਟ ਸੈਲਫ ਇਜ਼ ਫੁਲਫਿਲਿੰਗ। ਪ੍ਰੋਫਾਊਂਡ ਆ ਉਹਦੇ ਉੱਤੇ ਕੋਈ ਚੀਜ਼ ਹੈ ਹੀ ਨਹੀਂ। ਜੇ ਸੱਚਾਈ ਦੇ ਰੱਬ ਦੀ ਸੱਚਾਈ ਦੇ ਨਾਂ ਦੇ ਉੱਤੇ ਤੂੰ ਸ਼ਹਾਦਤ ਦੇ ਦਿੱਤੀ, ਮੰਗਣਾ ਕੀ ਹੈ? ਨਹੀਂ, ਫਿਰ ਜਿਹੜੇ ਸਿਆਸਤਦਾਨ ਕਹਿੰਦੇ, ਹਾਲਾਂਕਿ ਤੁਸੀਂ ਉਸ ਸ਼ਬਦ ਨੂੰ ਬਹੁਤ ਪਾਸੇ ਵੀ ਕਰਦੇ ਹੋ, ਜਿਹੜੇ ਸਿਆਸਤਦਾਨ ਕਹਿੰਦੇ ਮੈਂ ਕੁਰਬਾਨੀ ਦੇ ਦੂੰਗਾ ਜੇ ਆ ਹੋਇਆ ਤਾਂ ਕੋਈ ਉਹ ਐਵੇਂ ਮਤਲਬ ਦੇਖੋ ਇੱਕ ਫਰੇਜ਼ ਯੂਜ਼ ਕਰ ਲੈਂਦੇ ਆ, ਨਾ ਤਾਂ ਕੁਰਬਾਨੀ, ਮੇਰੀ ਗੱਲ ਸੁਣੋ, ਨਾ ਤਾਂ ਕੁਰਬਾਨੀ ਬਾਦਲ ਨੇ ਦਿੱਤੀ, ਨਾ ਸੰਤ ਲੌਂਗੋਵਾਲ ਨੇ ਦਿੱਤੀ। ਉਹ ਕਹੀ ਗਏ ਮਰਜੀਵੜਿਆਂ ਸੀ। ਕਿਹੜੀ ਮਰਜੀਵੜੇ ਆ? ਜਦੋਂ ਤੁਸੀਂ ਸਹੁੰ ਖਾ ਲਈ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਵੀ ਜਦੋਂ ਪੁਲਿਸ ਐਂਟਰ ਕਰੇਗੀ ਜਾਂ ਆਰਮੀ ਐਂਟਰ ਕਰੇਗੀ ਦਰਬਾਰ ਸਾਹਿਬ ਦੇ ਵਿੱਚ ਤਾਂ ਅਸੀਂ ਉੱਥੇ ਕੁਰਬਾਨੀਆਂ ਦੇਵਾਂਗੇ, ਤਾਂ ਕਿਹਨੇ ਦਿੱਤੀ? ਦੇ ਸਰੈਂਡਰਡ। ਤੇ ਹੁਣ ਵੀ ਇਹੀ ਗੱਲ ਕਹੀ ਜਾ ਰਹੀ ਪੰਜਾਬ ਵਿੱਚ, ਜੇ ਪੰਜਾਬ ਨੂੰ ਆਜ਼ਾਦੀ ਦਿਵਾਉਣੀ ਹੈ, ਪੰਜਾਬ ਦੇ ਮਸਲੇ ਹੱਲ ਕਰਵਾਉਣੇ, ਕਹਿੰਦੇ ਕੁਰਬਾਨੀ ਹੱਲ ਨਹੀਂ। ਉਹ ਦੇਖੋ, ਕੁਰਬਾਨੀ ਤਾਂ ਮਤਲਬ ਉਈਓ ਕਹਿਣ ਨੂੰ, ਅਲਿਓਰ ਕਰਨ ਨੂੰ ਲੋਕਾਂ ਨੂੰ, ਮਤਲਬ ਗੁੰਮਰਾਹ ਕਰਨ ਨੂੰ ਲੋਕਾਂ ਨੂੰ, ਕੁਰਬਾਨੀ ਦਿਓ। ਗੁੰਮਰਾਹ ਕੌਣ ਕਰਦਾ ਪਿਆ? ਰਾਹ ਤਾਂ ਦੱਸੋ ਨਾ, ਗੁੰਮਰਾਹ ਕੌਣ ਕਰਦਾ? ਹੁਣ ਜਿਸ ਤਰ੍ਹਾਂ ਸਾਰੇ ਸਿਆਸਤਦਾਨ ਇਹੀ ਗੱਲ ਕਹਿੰਦੇ ਆ, ਕੁਰਬਾਨੀ ਇੰਨਾ ਮਿਸਯੂਜ਼ ਹੋਇਆ ਵਾ ਲਫ਼ਜ਼ ਆ ਜਿਹਦੀ ਤੁਸੀਂ ਕੋਈ ਇੰਤਹਾ ਨਹੀਂ। ਇਹ ਲਫ਼ਜ਼ਾਂ ਦੀ ਬੜੀ ਅਹਿਮੀਅਤ ਹੈ, ਸ਼ਹਾਦਤ ਦੀ ਬਹੁਤ ਬੜੀ ਅਹਿਮੀਅਤ ਹੈ।
ਸ਼ਹਾਦਤ ਦਾ ਤੁਸੀਂ ਸੰਦਰਭ ਦੇਖੋ, ਉਸ ਦਾ ਕਨਸੈਪਟ ਦੇਖੋ, ਉਸ ਦੀ ਆਈਡੀਓਲੋਜੀ ਦੇਖੋ, ਉਸ ਦਾ ਇਤਿਹਾਸ ਗੁਰੂ ਸ਼ਹਾਦਤ ਦੇ ਰਿਹਾ ਪੰਜਵੇਂ ਪਾਤਸ਼ਾਹ। ਕਿਸ ਤਰ੍ਹਾਂ ਸ਼ਹਾਦਤ ਦੇ ਰਿਹਾ? ਅੱਗ ਦੀਆਂ ਲਾਟਾਂ ਨਿਕਲ ਰਹੀਆਂ, ਚਿੰਗਿਆੜੇ ਨਿਕਲ ਰਹੇ, ਗੁਰੂ ਆਪਣੇ ਮੂੰਹ ਦੇ ਉੱਤੇ ਕਿਸੇ ਕਿਸਮ ਦੀ ਘਬਰਾਹਟ ਨਹੀਂ, ਉਸ ਦੇ ਫੇਸ ਤੇ, ਉਹਦੀ ਬਾਡੀ ਲੈਂਗੁਏਜ, ਸਿੱਧੇ ਜਾ ਰਹੇ ਆ, ਚਿੰਗਿਆੜਿਆਂ ਵਿੱਚੋਂ ਦੇਖ ਰਹੇ ਆ ਕਿ ਇੱਕ ਕੌਮ ਪੈਦਾ ਕਰਨੀ ਹੈ, ਇੱਕ ਐਸੀ ਨੇਸ਼ਨ ਪੈਦਾ ਕਰਨੀ ਹੈ ਜਿਹੜੀ ਯੂਨੀਕ ਹੋਏਗੀ ਇਨ ਦੀ ਹਿਸਟਰੀ ਆਫ ਮੈਨਕਾਈਂਡ, ਜਿਹਦਾ ਇੱਕ ਆਪਣਾ ਸੰਦਰਭ ਹੋਏਗਾ, ਜਿਸ ਦਾ ਇੱਕ ਆਪਣਾ ਆਊਟਲੁੱਕ ਹੋਏਗਾ, ਜਿਸ ਦਾ ਇੱਕ ਆਪਣਾ ਐਟੀਟਿਊਡ ਹੋਏਗਾ। ਉਹ ਜੀਵਨ ਜਿਹੜਾ ਹੋਏਗਾ ਨਾ, ਉਹ ਸਮਰਪਿਤ ਹੋਏਗਾ ਟੂ ਦੀ ਮੈਨਕਾਈਂਡ, ਸਰਬੱਤ ਦੇ ਭਲੇ ਦੀ ਗੱਲ ਹੋਏਗੀ ਉਸ ਦੇ ਵਿੱਚ। ਉਹਦੇ ਵਿੱਚ ਇਸ ਕਿਸਮ ਦੀਆਂ ਮਤਲਬ ਜਿਹੜੀਆਂ ਕੀਤੀਆਂ ਗਈਆਂ ਵੀ ਆਹ ਫਲਾਨਾ ਹੈ, ਆਹ ਤਿਮਕਾ, ਗੁਰੂ ਨੌਵੇਂ ਪਾਤਸ਼ਾਹ ਸ਼ਹਾਦਤ ਦੇ ਰਹੇ। ਕਿਸ ਗੱਲ ਤੇ ਸ਼ਹਾਦਤ ਦੇ ਰਹੇ? ਫਰੀडम ਆਫ ਐਕਸਪ੍ਰੈਸ਼ਨ ਆਫ ਰਿਲੀਜਨ, ਕਿ ਹਰ ਆਦਮੀ ਦਾ, ਮਨੁੱਖ ਦਾ ਅਧਿਕਾਰ ਹੈ, ਸੋਵਰਨ ਰਾਈਟ ਹੈ ਕਿ ਉਹ ਆਪਣੀਆਂ ਰੋਹ ਰੀਤਾਂ ਦੇ ਮੁਤਾਬਕ ਆਪਣਾ ਧਰਮ ਨੂੰ ਜਿਸ ਤਰੀਕੇ ਨਾਲ ਚਲੋ ਮੰਨਣਾ ਚਾਹੁੰਦਾ ਮੰਨੇ। ਕਿਸੇ ਦੂਜੇ ਦਾ, ਸਟੇਟ ਦਾ, ਰੂਲਰ ਦਾ, ਐਂਪਰਰ ਦਾ, ਰਾਜੇ ਦਾ, ਰਾਸ਼ਟਰ ਦਾ ਕੋਈ ਅਧਿਕਾਰ ਨਹੀਂ ਉਸ ਗੱਲ। ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕੀਤੀ ਹੈ। ਹੁਣ ਜਦੋਂ ਇੱਥੇ ਕੋਈ ਗੱਲ ਹੁੰਦੀ ਹੈ, ਪੂਰੇ ਮੁਲਕ ਦੀ ਮੈਂ ਗੱਲ ਕਰਦਾ ਪਿਆ, ਉਦੋਂ ਤੇ ਕਹਿੰਦੇ ਕੇਸ ਕਰਾਓ, ਉਹਦੀ ਜਾਂਚ ਕਰਾਓ। ਮੈਂ ਉਹ ਤਾਂ ਹੁਣ ਜਿਹੜੀ ਸਟੇਟ ਤੇ ਨੇਸ਼ਨ ਹੈ ਨਾ ਜੀ, ਦੇਖੋ ਇੱਕ ਬਹੁਤ ਬੜਾ ਡਿਬੇਟੇਬਲ ਪੁਆਇੰਟ ਹੈਗਾ। ਅੱਜ ਦੀ ਜਿਹੜੀ ਸਾਰੀ ਦੁਨੀਆ ਦੇ ਵਿੱਚ ਕੀ ਹੋਇਆ, ਫਸਟ ਵਰਲਡ ਵਾਰ ਹੋਈ, ਸੈਕੰਡ ਵਰਲਡ ਵਾਰ ਹੋਈ, ਉਸ ਤੋਂ ਬਾਅਦ ਨੇਸ਼ਨ ਸਟੇਟਸ ਪੈਦਾ ਹੋ ਗਈਆਂ, ਜਿਹੜੀਆਂ ਹੁਣ ਮਤਲਬ ਬਹੁਤ ਇੰਟਰਪ੍ਰੀਟੇਸ਼ਨ ਦਿੱਤੀਆਂ ਜਾ ਰਹੀਆਂ ਵੀ ਇਹ ਮੁਲਕ ਆ ਜਿਹੜਾ ਹਿੰਦੁਸਤਾਨ ਆਜ਼ਾਦ ਹੋਇਆ। ਆਜ਼ਾਦ ਨਹੀਂ ਹੋਇਆ, ਕਲੋਨੀਅਲ ਸਿਸਟਮ ਵਿਡਰਾ ਹੋਇਆ। ਅੰਗਰੇਜ਼ ਜਿਹੜੇ ਇੱਥੇ ਰਾਜ ਕਰਦੇ ਸੀ, ਉਹ ਕੱਲਾ ਹਿੰਦੁਸਤਾਨ ਹੀ ਨਹੀਂ ਛੱਡ ਕੇ ਗਏ, 40 ਹੋਰ ਮੁਲਕ ਛੱਡ ਕੇ ਗਏ। ਉਹ ਆਪ ਵਾਪਸ ਚਲੇ ਗਏ ਕਿਉਂਕਿ ਉਹਨਾਂ ਦੀ ਤਾਕਤ ਜਿਹੜੀ ਸੀ, ਚਾਹੇ ਉਹ ਜਿੱਤ ਗਏ ਫਸਟ ਵਰਲਡ ਵਾਰ, ਚਾਹੇ ਸੈਕੰਡ ਵਰਲਡ ਵਾਰ, ਪਰ ਉਹਨਾਂ ਦੀ ਮੈਨ ਪਾਵਰ ਬੜੀ ਖਤਮ, ਛੋਟੀ ਜਿਹੀ ਤਾਂ ਆਬਾਦੀ ਉਹਨਾਂ ਦੀ ਸੀਗੀ ਦੁਨੀਆ ਦੇ ਵਿੱਚ। ਬਹੁਤ ਮਾਰੇ ਗਏ, ਬਹੁਤ ਮਤਲਬ ਨੁਕਸਾਨ ਹੋਇਆ, ਚਾਹੇ ਜਿੱਤ ਲੀਆਂ ਲੜਾਈਆਂ। ਹੋਇਆ ਕੀ? ਦੇਖੋ ਸੁਣਨ ਵਾਲੀ ਗੱਲ, ਜਿਹੜੀ ਉਹ ਨੇਸ਼ਨ ਸਟੇਟ ਦੀ ਲੜਾਈ ਹੋਈ, ਨੈਸ਼ਨਲਿਜ਼ਮ 1, ਨੈਸ਼ਨਲਿਜ਼ਮ 2, ਧਰਮ ਤਾਂ ਦੋਨਾਂ ਦਾ ਇੱਕੋ ਹੀ ਆ। ਇੰਗਲੈਂਡ ਵੀ ਕ੍ਰਿਸਚਨ ਆ, ਜਰਮਨੀ ਵੀ ਕ੍ਰਿਸਚਨ ਆ, ਫਰਾਂਸ ਵੀ ਕ੍ਰਿਸਚਨ ਆ, ਰਸ਼ੀਆ ਵੀ ਕ੍ਰਿਸਚਨ ਆ, ਸਾਰਾ ਕ੍ਰਿਸਚਨ ਵਰਲਡ ਆ। ਉਹ ਸਾਰੇ ਇੱਕ ਦੂਜੇ ਦੇ ਖਿਲਾਫ ਹੋ ਕੇ ਗਿਰਜਿਆਂ 'ਚ ਜਾਂਦੇ ਆ ਔਰ ਉਹੀ ਟੱਲੀਆਂ ਖੜਕਾਉਂਦੇ ਆ, ਉਹੀ ਬਾਈਬਲ ਪੜ੍ਹਦੇ ਆ, ਉਹੀ ਕ੍ਰਾਈਸਟ ਨੂੰ ਯਾਦ ਕਰਦੇ ਆ। ਲੜਾਈ ਕਿਸ ਗੱਲ ਦੀ ਆ? ਨੈਸ਼ਨਲਿਜ਼ਮ ਦੀ। ਇਤਨਾ ਬੜਾ ਕਾਨ ਉਸ ਫਸਟ ਵਰਲਡ ਵਾਰ 'ਚ, ਸੈਕੰਡ ਵਰਲਡ ਵਾਰ 'ਚ ਹੋਇਆ, ਜਿਹੜਾ ਦੁਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਹਿਊਮਨ ਲਾਸ ਹੈ। ਹਿਊਮਨ ਲਾਸ, ਹਿਊਮਨ ਸਫਰਿੰਗ, ਕਿਤਨੀ ਬੜੀਆਂ ਪ੍ਰਾਪਰਟੀਆਂ, ਕਿੰਨੀਆਂ ਜਾਇਦਾਦਾਂ, ਕਿਤਨੇ ਲੋਕਾਂ ਨੂੰ ਹੁਣ ਤੱਕ ਲੋਕ ਤਾਬ ਨਹੀਂ ਆਏ ਉਹਨਾਂ ਚੀਜ਼ਾਂ ਤੋਂ। ਹੁਣ ਦੇਖੋ ਪਾਰਟੀਸ਼ਨ ਹੋਈ, ਉਸ ਦਾ ਕਿਤਨਾ ਬੜਾ ਖਮਿਆਜ਼ਾ ਤਿੰਨਾਂ ਕਮਿਊਨਿਟੀਜ਼ ਨੇ ਪੇ ਕੀਤਾ, ਸਿੱਖਾਂ ਨੇ ਪੇ ਕੀਤਾ, ਹਿੰਦੂਆਂ ਨੇ ਪੇ ਕੀਤਾ, ਮੁਸਲਮਾਨਾਂ ਨੇ ਪੇ। ਦੁਬਾਰਾ ਤਾਂ ਨਹੀਂ ਸੀ 47 ਵਾਲੇ ਦੌਰ ਵੱਲ ਜਾ ਰਹੇ? ਦੇਖੋ ਇਹ ਤਾਂ ਹੁਣ ਟਾਈਮ ਦੱਸੇਗਾ। ਇਹ ਤਾਂ ਦਿਸ ਆਲ ਡਿਪੈਂਡਸ ਅਪਨ ਦੀ ਰੂਲਿੰਗ ਐਲੀਟ ਆਫ ਦਿਸ ਕੰਟਰੀ। ਇਹ ਸਵਾਲ ਤੁਹਾਨੂੰ ਦਰੁਸਤ ਲੱਗਦਾ ਅੱਜ ਪੁੱਛਿਆ ਜਾਣਾ ਚਾਹੀਦਾ? ਮੈਂ ਕਹਿੰਦਾ ਪੁੱਛਿਆ ਜਾਣਾ ਚਾਹੀਦਾ ਔਰ ਇਹ ਸਮਝਣਾ ਵੀ ਚਾਹੀਦਾ। ਦੇਖੋ ਮੈਂ ਹੁਣ ਦੱਸਦਾ, ਗੁਰੂਆਂ ਦਾ ਜਿਹੜਾ ਸੰਦਰਭ ਆ, ਸੰਕਲਪ ਹੈ ਨਾ, ਉਸ ਦੇ ਵਿੱਚ ਸਟੇਟ ਦਾ ਕਨਸੈਪਟ ਨਹੀਂ ਹੈ, ਨਾ ਨੇਸ਼ਨ ਦਾ ਕਨਸੈਪਟ ਹੈ। ਨੇਸ਼ਨ ਇੱਕ ਬਾਉਂਡਰੀ ਹੈ, ਸਟੇਟ ਇੱਕ ਬਾਉਂਡਰੀ ਹੈ। ਹੁਣ ਇੰਡੀਆ ਕਿੱਥੋਂ ਆਇਆ? 47 'ਚ ਆਇਆ ਨਾ। ਉਸ ਤੋਂ ਪਹਿਲਾਂ ਕੀ ਸੀ ਇੰਡੀਆ? ਪਾਕਿਸਤਾਨ ਵੀ ਪਾਰਟ ਸੀ, ਬੰਗਲਾਦੇਸ਼ ਵੀ ਪਾਰਟ ਸੀ ਉਸ ਦਾ। ਮੇਰੀ ਗੱਲ ਸਮਝੇ ਨਾ। ਹੁਣ ਕਿਹਨੇ ਕ੍ਰੀਏਟ ਕੀਤਾ? ਮੈਨ ਮੇਡ ਹੈ। ਗੁਰੂ ਮੈਨ ਮੇਡ ਤੋਂ ਉੱਪਰ ਉੱਠ ਰਿਹਾ। ਉਹ ਕੀ ਕਹਿ ਰਿਹਾ ਕਿ ਜਿਹੜੀ ਦੁਨੀਆ ਦੇ ਵਿੱਚ ਸਰਬੱਤ ਦੇ ਭਲੇ ਦੀ ਗੱਲ ਕਰਨੀ ਹੈ, ਰਾਜ ਦੇਣਾ। ਰਾਜ ਕਿਸ ਕਿਸਮ ਦਾ ਦੇਣਾ? ਜਿਸ ਦੇ ਨਾਲ ਨਾ ਕਿਸੇ ਨਾਲ ਵੈਰ ਕਰਨਾ, ਨਾ ਵਿਰੋਧ ਕਰਨਾ। ਉਸ ਤੋਂ ਉੱਪਰ ਉੱਠ ਕੇ ਰਾਜ ਦਾ ਸੰਕਲਪ ਆ ਸਿੱਖੀਜ਼ਮ ਦੇ ਵਿੱਚ। ਰਾਜ ਸਿੱਖਾਂ ਨੇ ਕੀਤਾ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੁਹਾਨੂੰ ਪਤਾ, BBC ਨੇ ਐਕਨੋਲੇਜ ਕੀਤਾ। 5000 ਇਤਿਹਾਸਕਾਰ ਅਪਾਇੰਟ ਕੀਤੇ। ਰਾਜ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈ ਕਿਸ ਕਿਸਮ ਦਾ ਰਾਜ ਦੇਣਾ। ਨਿਆ ਲਫ਼ਜ਼ ਆ, ਮਤਲਬ ਉਹਦੇ 'ਚ ਵਿਰੋਧ ਨਹੀਂ, ਲਫ਼ਜ਼ ਕੋਈ ਲਫ਼ਜ਼ ਹੀ ਨਹੀਂ ਇਸਤੇਮਾਲ ਮਹਾਰਾਜ ਨੇ ਕੀਤਾ। ਸਮਝੇ ਕਿ ਨਹੀਂ? ਕਿਸੇ ਤੋਂ ਬਦਲਾ ਲਫ਼ਜ਼ ਨਹੀਂ ਹੈ, ਬਦਲਾ ਲਫ਼ਜ਼ ਹੀ ਨਹੀਂ ਮਹਾਰਾਜ ਨੇ ਯੂਜ਼ ਕੀਤਾ। ਗੁਰੂ ਗ੍ਰੰਥ ਸਾਹਿਬ ਦੇਖੋ 1430 ਪੇਜ ਹੈ, ਤਾਂ ਉਸ ਦੇ ਵਿੱਚ ਨਿਆ 3 ਵਾਰੀ ਇਸਤੇਮਾਲ ਹੋਇਆ। ਨਿਆ ਦੇਣਾ, ਨਿਆ ਲੈਣਾ।
ਇੰਨੀ ਗੱਲ ਇਟ ਇਜ਼ ਅ ਸਪਰਬ ਬਹੁਤ ਸੁਪੀਰੀਅਰ ਕਿਸਮ ਦਾ ਕਨਸੈਪਟ ਆ ਸਿੱਖ ਰਾਜ ਦਾ। ਔਰ ਮੈਂ ਸਮਝਦਾ ਦੁਨੀਆ ਦੀ ਸਾਲਵੇਸ਼ਨ ਜੇ ਹੋਣੀ ਹੈ ਤਾਂ ਸਿੱਖ ਰਾਜ ਦੇ ਕਨਸੈਪਟ ਦੇ ਉੱਤੇ ਹੋਣੀ। ਚਲੋ ਇੱਕ ਹੋਰ ਛੋਟਾ ਵਕਫਾ ਲਵਾਂਗੇ, ਵਕਫੇ ਤੋਂ ਵਾਪਸ ਆਵਾਂਗੇ। ਸਿੱਖ ਰਾਜ ਦੀ ਗੱਲ ਕਰਦੇ ਪਏ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਸਿੱਖ ਰਾਜ ਨੂੰ ਕੌਣ ਕਿਸ ਤਰੀਕੇ ਸਮਝਦਾ ਹੈਗਾ ਇਹ ਵੀ ਸਮਝਣਾ ਪਊਗਾ, ਕਿਉਂਕਿ ਸਾਡੇ ਕੋਲ ਇੱਕ ਸਲੋਗਨ ਆਇਆ ਸੀ ਰਾਜ ਨਹੀਂ ਸੇਵਾ। ਰਾਜ ਨਹੀਂ ਸੇਵਾ ਦੇ ਇਸ ਕਨਸੈਪਟ ਦੇ ਵਿਚਾਲੇ ਡਾਕਟਰ ਢਿੱਲੋਂ ਹੋਰਾਂ ਨੇ ਬਹੁਤ ਸਾਰੇ ਰਿਸਰਚ ਪੇਪਰ ਵੀ ਲਿਖੇ ਹੋਏ ਆ, ਤੇ ਇਹ ਇਕੱਲੇ ਉਹ ਸ਼ਖਸ ਆ ਜਿਨ੍ਹਾਂ ਨੇ SGPC ਦਾ ਵਾਈਟ ਪੇਪਰ ਲਿਖਿਆ ਸੀਗਾ, ਜਿੰਦੇ ਬਾਰੇ ਇਹ ਹਮੇਸ਼ਾ ਇਹ ਦਾਅਵਾ ਕਰਦੇ ਆ ਕਿ ਇਹਨਾਂ ਨੇ ਸਿੰਗਲ ਪੈਨੀ ਵੀ ਚਾਰਜ ਨਹੀਂ ਕੀਤੀ ਗਈ। ਜਦੋਂ ਇਹੋ ਜਿਹੇ ਕਾਰਜ ਕੀਤੇ ਹੋਣ ਤਾਂ ਇਸ ਵਿਦਵਾਨ ਨੂੰ, ਇਸ ਸਿੱਖ ਸਕੋਲਰ ਨੂੰ ਸੁਣਨਾ ਬਹੁਤ ਜ਼ਰੂਰੀ ਹੈਗਾ, ਤੇ ਉਹ ਸੁਣਨਗੇ ਜਿਨ੍ਹਾਂ ਬਾਬਤ ਇਹ ਕਹਿ ਰਹੇ ਆ। ਸਵਾਲ ਇਹੀ ਹੈ, ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਸਾਡੇ ਨਾਲ ਮੌਜੂਦ ਹੈਗੇ ਆ, ਸਿੱਖ ਸਕੋਲਰ ਨੇ, ਸਿੱਖ ਬੁੱਧੀਜੀਵੀ ਨੇ, ਬਹੁਤ ਲੰਬਾ ਤਜਰਬਾ ਇਹਨਾਂ ਦਾ। ਡਾਕਟਰ ਢਿੱਲੋਂ, ਪੰਜਾਬ ਦੇ ਬਾਰੇ ਹੁਣ ਮੈਂ ਥੋੜੀ ਗੱਲ ਕਰਨਾ ਚਾਹੁੰਦਾ ਤੁਹਾਡੇ ਨਾਲ। ਪੰਜਾਬ ਦੇ ਵਿੱਚ ਇਸ ਵਕਤ ਕਿਹੜਾ ਏਜੰਡਾ ਲਿਆਂਦਾ ਜਾ ਰਿਹਾ? ਮੈਂ ਅੰਮ੍ਰਿਤਪਾਲ ਦੀ ਵੀ ਗੱਲ ਕਰਨਾ ਚਾਹੁੰਦਾ, ਸ਼ੋਰ, ਮੈਂ ਬੰਦੀ ਸਿੰਘਾਂ ਦੀ ਵੀ ਗੱਲ ਕਰਨਾ ਚਾਹੁੰਦਾ, ਮੈਂ ਹਰਿਆਣਾ ਕਮੇਟੀ ਦੀ ਵੀ ਗੱਲ ਕਰਨਾ ਚਾਹੁੰਦਾ। ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਕਨੈਕਟਡ ਲੱਗਦੀਆਂ ਪਈਆਂ ਮੈਨੂੰ। ਨਹੀਂ, ਕਨੈਕਟਡ ਨਹੀਂ ਹੈ। ਹਾਂ, ਇੰਡੀਅਨ ਸਟੇਟ ਦਾ ਇੱਕ ਐਟੀਟਿਊਡ ਐਸਟੈਬਲਿਸ਼ ਹੋ ਚੁੱਕਿਆ। ਮੈਂ ਸਟੇਟ ਦੀ ਗੱਲ ਕਰ ਰਿਹਾ, ਪਾਰਟੀਆਂ ਆਉਣਗੀਆਂ ਚਲੀਆਂ ਜਾਣਗੀਆਂ, ਆਈਆਂ ਗਈਆਂ। ਇੰਡੀਅਨ ਸਟੇਟ ਨੇ ਜਦੋਂ 1947 ਦੇ ਵਿੱਚ ਸੋ ਕਾਲਡ ਆਜ਼ਾਦੀ ਨੇਸ਼ਨ ਸਟੇਟ ਬਣਾਈ, ਉਹਨਾਂ ਦਾ ਇੱਕ ਰਵੱਈਆ ਸੀ ਕਿ ਕਿਸ ਤਰੀਕੇ ਦੇ ਨਾਲ, ਦੇਖੋ ਸਿੱਖਾਂ ਨੇ ਆਪਾਂ ਅਹਿਲੇ ਕਿਤਾਬ ਦੀ ਗੱਲ ਕੀਤੀ ਹੈ, ਜਿਹੜੀ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਝਗੜਾ ਸਿੱਖਾਂ ਦਾ ਇਸਲਾਮ ਦੇ ਨਾਲ ਕੀ ਸੀ? ਉਹ ਕਹਿੰਦੇ ਆ ਵੀ ਅਹਿਲੇ ਕਿਤਾਬ ਹੈ ਸਾਡੀ, ਜਿਹੜੀ ਕੁਰਾਨ ਨੂੰ ਅਹਿਲੇ ਕਿਤਾਬ ਕਹਿੰਦੇ। ਉਹ ਜਿਹੜੇ ਕ੍ਰਿਸਚਨ ਰਿਲੀਜਨ ਆਫ ਦੀ ਬੁੱਕ ਕਹਿੰਦੇ ਆ, ਉਹ ਇਸ ਗੱਲ ਤੇ ਫਖਰ ਮਹਿਸੂਸ ਕਰਦੇ ਆ। ਗੁਰੂ ਨੇ ਉਸ ਅਹਿਲੇ ਕਿਤਾਬ ਤੇ ਰਿਲੀਜਨ ਆਫ ਦੀ ਬੁੱਕ ਤੋਂ ਉੱਪਰ ਚਲੇ ਗਏ। ਉਹ ਕਹਿੰਦੇ ਵੀ ਇਹੀ ਪਰਮੇਸ਼ਰ ਆ, ਰੱਬ ਹੀ ਇਹੀ ਆ। ਕਿਤਾਬ ਤਾਂ ਰਸਤਾ ਹੀ ਦੱਸ ਰਹੀ ਹੈ ਨਾ, ਤਾਂ ਇੱਕ ਇਹ ਰੱਬ ਆ ਜਿਹੜਾ ਗੁਰੂ ਗ੍ਰੰਥ ਸਾਹਿਬ। ਤੋਂ ਉਸ ਤੋਂ ਬਾਅਦ ਕੀ ਹੋਇਆ? ਝਗੜਾ ਸ਼ੁਰੂ ਹੋ ਗਿਆ ਇਸਲਾਮ ਦੇ ਨਾਲ, ਕਿਉਂਕਿ ਪ੍ਰੋਫਿਟ ਸਾਹਿਬ ਨੇ ਇਹ ਗੱਲ ਕਹੀ ਵੀ ਆ। ਮੈਂ ਪ੍ਰੋਫਿਟ ਸਾਹਿਬ ਨੂੰ ਨਿੰਦਾ ਨਹੀਂ, ਉਹਨਾਂ ਨੇ, ਪ੍ਰੋਫਿਟ ਮੁਹੰਮਦ ਨੇ ਇਹ ਗੱਲ ਕਹੀ ਆ ਕਿ ਆਈ ਐਮ ਦੀ ਲਾਸਟ ਪ੍ਰੋਫਿਟ ਇਨ ਦਿਸ ਯੂਨੀਵਰਸ। ਇਸ ਤੋਂ ਬਾਅਦ ਜਿਹੜਾ ਪ੍ਰੋਫਿਟ ਹੋਏਗਾ ਉਸ ਦਾ ਸਰ ਕਲਮ ਕਰ ਦਿੱਤਾ ਜਾਏਗਾ। ਦੀ ਟਰੁੱਥ ਆਫ ਗॉड ਮੈਂ ਕਹਿ ਕੇ ਲਾਸਟ ਆਦਮੀ ਜਾ ਰਿਹਾ ਬਤੌਰ ਪ੍ਰੋਫਿਟ ਮੁਹੰਮਦ, ਉਸ ਤੋਂ ਬਾਅਦ ਕੋਈ ਕਹਿ ਨਹੀਂ ਸਕਦਾ। ਲੇਕਿਨ ਗੁਰੂ ਨੇ ਤਾਂ ਕਿਤਾਬ ਨੂੰ ਹੀ ਰੱਬ ਦਾ ਦਰਜਾ ਦੇ ਦਿੱਤਾ। ਝਗੜਾ ਹੋ ਗਿਆ ਨਾ, ਲਿਵਿੰਗ ਗੁਰੂ। दिस इज ए लिविंग कारपोरेट गुरु नहीं, परमेश्वर का थान, पोथी परमेश्वर का थान। समझे कि बीड़ ਨੂੰ ਮਤਲਬ ਪੋਥੀ ਨੂੰ ਹੀ ਪਰਮੇਸ਼ਰ ਬਣਾਤਾ, ਰੱਬ ਬਣਾ ਦਿੱਤਾ। ਤਾਂ ਹੁਣ ਮਤਲਬ ਫਿਰ ਅੱਗੇ ਇਹ ਮੁਗਲ ਗਏ, ਮੁਗਲਾਂ ਤੋਂ ਬਾਅਦ ਕੀ ਆਉਂਦੇ ਹੈਗੇ ਅੰਗਰੇਜ਼। ਅੰਗਰੇਜ਼ਾਂ ਨੂੰ ਵੀ ਬੜੀ ਤਕਲੀਫ ਸੀ ਇਸੇ ਗੱਲ ਦੀ, ਕਿਉਂਕਿ ਉਹ ਕੀ ਕਹਿ ਰਹੇ ਆ, ਬੁੱਕ ਆਫ ਦ ਰਿਲੀਜਨ, ਸਾਡੀ ਕਿਤਾਬ ਦਾ, ਸਾਡਾ ਕਿਤਾਬੀ ਧਰਮ ਆ, ਸਮਝੇ, ਪ੍ਰੋਫਿਟਿਕ ਰਿਲੀਜਨ। ਗੁਰੂ ਤਾਂ ਕਹਿ ਰਿਹਾ ਪ੍ਰੋਫਿਟ ਆ ਪਿਆ, ਗੁਰੂ ਤਾਂ ਕਹਿ ਰਿਹਾ ਰੱਬ ਆ ਪਿਆ, ਗੁਰੂ ਤਾਂ ਕਹਿ ਰਿਹਾ ਆ ਕਿਤਾਬ ਨਹੀਂ, ਇਹ ਪਰਮੇਸ਼ਰ ਆ, ਰੱਬ ਆ ਸਾਡਾ। ਸਮਝੇ ਕਿ ਨਹੀਂ? ਉੱਥੇ ਵੀ ਕਰਨ। ਫਿਰ ਉਹਨਾਂ ਨੇ ਕੀ ਕੀਤਾ? ਲੜਾਈ ਉਸੇ ਗੱਲ ਤੇ। ਦੇਖੋ, ਇੱਕ ਲਫ਼ਜ਼ ਬਦਲਣ ਤੇ ਗੁਰੂ ਹਰਿਰਾਏ ਸਾਹਿਬ ਨੇ ਆਪਣੇ ਬੇਟੇ ਨੂੰ ਪੰਥ ਚੋਂ ਛੇਕ ਦਿੱਤਾ, ਸਮਝੇ, ਰਾਮ ਰਾਏ ਨੂੰ। ਤਾਂ ਇਸੇ ਤਰੀਕੇ ਦੇ ਨਾਲ ਅੱਗੇ ਜਾ ਕੇ ਝਗੜਾ ਜਿਹੜਾ ਈਸਾਈਆਂ ਨਾਲ ਵੀ ਉਸੇ ਗੱਲ ਦਾ ਝਗੜਾ। ਮਹਾਰਾਜਾ ਦਲੀਪ ਸਿੰਘ ਨੂੰ ਕਨਵਰਟ ਕਰਦਾ ਲਾਰਡ ਡਲਹੌਜ਼ੀ, ਤੇ ਉਹਦੇ ਹੱਥ ਵਿੱਚ ਬਾਈਬਲ ਦੇ ਦਿੰਦਾ ਬੱਚੇ ਦੇ, ਵੀ ਜਾ ਹੁਣ ਤੂੰ ਇੰਗਲੈਂਡ ਚਲਿਆ ਜਾ। ਬਾਈਬਲ ਕਿਉਂ ਦੇ ਰਿਹਾ? ਉਹ ਇਹ ਗੱਲ ਤੋਂ ਡਿਪਰਾਈਵ ਕਰਾਉਣਾ ਚਾਹੁੰਦਾ ਵੀ ਦਲੀਪ ਸਿੰਘ ਦੇ ਹੱਥ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਾਂ ਮਤਲਬ ਪੋਥੀ ਨਾ ਆਵੇ ਕਿਸੇ ਤਰੀਕੇ ਦੇ ਨਾਲ, ਸਮਝੇ ਕਿ ਨਹੀਂ? ਤਾਂ ਲੜਾਈ ਉੱਥੇ ਹੀ ਖੜੀ ਹੈ। ਤਾਂ ਉਸ ਤੋਂ ਬਾਅਦ ਉਹ ਇਸ ਨੂੰ ਡਿਸਮੈਂਟਲ ਕਰਨ ਦੀ ਕੋਸ਼ਿਸ਼। ਮੈਂ ਤੁਹਾਨੂੰ ਇੱਥੇ ਇੱਕ ਬਹੁਤ ਇੰਪੋਰਟੈਂਟ ਗੱਲ ਕਰਨ ਲੱਗਿਆ, ਛੋਟਾ ਮੂੰਹ ਬੜੀ ਬਾਤ ਨਾ ਹੋ ਜੇ, ਮੇਰਾ ਹੋਰ ਮੰਨਣਾ। ਜਿਹੜਾ ਭਾਈ ਕਾਹਨ ਸਿੰਘ ਸੀ, ਉਹਨਾਂ ਤੋਂ ਇੱਕ ਬਹੁਤ ਵੱਡੀ ਗਲਤੀ ਹੋਈ। ਮੈਂ ਤੁਹਾਡੇ ਇਸ TV ਚੈਨਲ ਤੋਂ ਕਹਿ ਰਿਹਾ ਕਿ ਉਹਨਾਂ ਨੇ ਜਿਸ ਵਕਤ ਟਰਾਂਸਲੇਸ਼ਨ ਕਰਾਈ MA ਮਕੌਲਿਫ ਤੋਂ, ਜਿਹੜਾ ICS ਆਫੀਸਰ ਸੀ, ਉਹਨਾਂ ਨੂੰ ਜਾਣਨ ਵਾਲਾ ਸੀ, ਉਹ ਇੱਕ ਕ੍ਰਿਸਚਨ ਸੀ ਓਰੀਜਨਲੀ। MA ਮਕੌਲਿਫ ਕ੍ਰਿਸਚੈਨਿਟੀ 'ਚ ਉਹਦੀ ਗੁਰੂਮੁਖੀ ਹੋਈ ਵੀ ਸੀ। ਉਸ ਨੂੰ ਤਾਂ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ
ਵੀ ਕੋਈ ਧਾਰਮਿਕ ਕਿਤਾਬ ਦਾ ਐਡਾ ਬੜਾ ਸਟੇਟਸ ਹੋ ਸਕਦਾ? ਉਹ ਤਾਂ ਬਾਈਬਲ ਦੇ ਸੰਦਰਭ ਦੇ ਵਿੱਚ ਹੀ ਉਹਨੇ ਸਕ੍ਰਿਪਚਰ ਲਿਖ ਦਿੱਤੀ। ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਸਕ੍ਰਿਪਚਰ ਕਹਿ ਦਿੱਤਾ ਟ੍ਰਾਂਸਲੇਸ਼ਨ ਦੇ ਵਿੱਚ, ਔਰ ਉਹ ਸਿੱਖਾਂ ਨੇ ਉਹਨੂੰ ਮਾਨਤਾ ਦਿੱਤੀ। ਔਰ ਭਾਈ ਕਾਨ ਸਿੰਘ ਉਸ ਬਰੀਕੀ ਨੂੰ ਉਸ ਵੇਲੇ ਸਮਝ ਨਹੀਂ ਸਕੇ। ਇਹ ਸਕ੍ਰਿਪਚਰ ਨਹੀਂ ਹੈ, ਇਹ ਇੱਕ ਜਿਉਂਦਾ ਜਾਗਦਾ ਲਿਵਿੰਗ ਕਾਰਪੋਰੇਟ ਗੁਰੂ ਆ, ਜਿਉਂਦਾ ਜਾਗਦਾ ਸਾਖਸ਼ਾਤ ਸਿੱਖਾਂ ਦਾ ਗੁਰੂ ਆ, which is a unique feature in the history of spirituality of mankind। ਕਿਸੇ ਜਗ੍ਹਾ ਵੀ ਕਿਸੇ ਦੂਸਰੀ ਧਾਰਮਿਕ ਕਿਤਾਬ ਦਾ ਉਹ ਸਟੇਟਸ ਨਹੀਂ ਹੈ ਜੋ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦਾ ਸਟੇਟਸ। ਅੱਛਾ ਹੁਣ ਸੁਣੋ, ਉਹ ਫਿਰ ਉਹਨਾਂ ਨੇ ਦੇਖੋ, ਜੇ ਤੁਹਾਡਾ ਲਿਵਿੰਗ ਕਾਰਪੋਰੇਟ ਗੁਰੂ ਆ ਉਹਦਾ ਕੀ ਟ੍ਰਾਂਸਲੇਸ਼ਨ ਕਰ ਲੋਗੇ ਤੁਸੀਂ? ਕੀ ਟ੍ਰਾਂਸਲੇਸ਼ਨ ਕਰ ਲੋਗੇ? ਜਿਉਂਦੇ ਜਾਗਦੇ ਸਾਖਸ਼ਾਤ ਗੁਰੂ ਦਾ ਤੁਸੀਂ ਟ੍ਰਾਂਸਲੇਸ਼ਨ। ਔਰ ਇੱਕ ਮਤਲਬ ਵੈਸਟ ਦੇ ਵਿੱਚ ਬੈਠਾ ਹੋਇਆ ਆਦਮੀ, ਇਸੇ ਤਰ੍ਹਾਂ ਇੱਕ ਅਰਨੈਸਟ ਟਰੰਪ ਸੀ, ਅੰਗਰੇਜ਼ਾਂ ਨੇ ਉਹਨੂੰ ਹਾਇਰ ਕੀਤਾ ਸੀ ਵੀ ਟ੍ਰਾਂਸਲੇਸ਼ਨ ਕਰਦੇ ਗੁਰੂ ਗ੍ਰੰਥ ਸਾਹਿਬ ਦਾ। ਫਿਰ ਐਮ ਏ ਮਕੌਲਫ ਤੋਂ ਸਿੱਖਾਂ ਨੇ ਕਰਾਇਆ, ਸਿੱਖਾਂ ਨੇ ਵਾਹ ਉਹਦੀ ਕੀਤੀ ਵੀ ਬੜੀ ਵੱਡੀ ਗੱਲ, ਪਰ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਕਿ ਉਸਨੇ ਸਕ੍ਰਿਪਚਰ ਕਹਿ ਦਿੱਤਾ ਸੀ। ਇਹ ਸਕ੍ਰਿਪਚਰ ਨਹੀਂ ਹੈ, ਇਹ ਜਿਉਂਦਾ ਜਾਗਦਾ ਸਾਖਸ਼ਾਤ ਸਾਡਾ ਗੁਰੂ ਆ, ਲਿਵਿੰਗ ਕਾਰਪੋਰੇਟ ਗੁਰੂ ਆ। ਵੀ ਹੈਵ ਟੂ ਲਵ ਇਟ, ਵੀ ਹੈਵ ਟੂ ਇਨਕਾਰਪੋਰੇਟ ਆਰਸੈਲਫ। ਔਰ ਇਹਦਾ ਜੇ ਕੋਈ ਬੰਦਾ ਕਹੇ ਟ੍ਰਾਂਸਲੇਸ਼ਨ ਕਿਵੇਂ ਕਰ ਲੋਗੇ ਤੁਸੀਂ? ਕੀ ਮਕੌਲਿਫ ਮੇਰੀ ਇੱਕ ਕੀ ਮਕੌਲਿਫ ਦਾ ਉਹ ਸਪਿਰਚੁਅਲ ਸਟੇਟਸ ਹੈ ਜੋ ਗੁਰੂ ਦਾ ਹੈ? ਗੁਰੂ ਕਹਿ ਰਿਹਾ ਬਾਰ-ਬਾਰ ਇਲਹਾਮ ਹੈ, ਇਹ ਰੈਵੀਲੇਸ਼ਨ ਹੈ ਰੱਬ ਦੀ। ਆਈ ਐਮ ਏ ਮੈਸੇਂਜਰ ਆਫ ਗੋਡ, ਮੈਨੂੰ ਰਿਵੀਲ ਹੋ ਰਿਹਾ। ਮੈਂ ਉਹ ਬਾਣੀ ਕਹਿ ਰਿਹਾ, 3 ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਦੇ 'ਚ ਗੱਲ ਕਨਫੈਸ ਕੀਤੀ ਵੀ ਹੈ। ਤਾਂ ਮੈਕੌਲਿਫ ਉਸ ਗੱਲ ਦਾ ਟ੍ਰਾਂਸਲੇਸ਼ਨ ਕਰ ਦੇਗਾ? ਨਹੀਂ ਕਰ ਸਕਦਾ ਕੋਈ। ਪ੍ਰੋਫੈਸਰ ਸਾਹਿਬ ਸਿੰਘ ਤੋਂ ਵੀ ਸਿੱਖਾਂ ਨੇ ਕਰਾਇਆ ਕਿ ਉਹ ਪ੍ਰੋਫੈਸਰ ਸਾਹਿਬ ਸਿੰਘ ਨੂੰ ਅਸੀਂ ਤਾਂ ਟ੍ਰਾਂਸਲੇਸ਼ਨ ਲਈ ਬੜੇ ਵੱਡੇ ਬਜਟ ਰੱਖੇ ਆ। ਉਹ ਤਾਂ ਹੁਣ ਮੈਂ ਕੀ ਕਹਿ ਸਕਦਾ, ਮੇਰੀ ਤਾਂ ਆਪਣੀ ਲਿਮਿਟੇਸ਼ਨ ਆ। ਮੈਂ ਆਪਣੀ ਲਿਮਿਟੇਸ਼ਨ ਦੇ ਨਾਲ ਸਿੱਖਾਂ ਨੂੰ ਇਹ ਗੱਲ ਸਮਝਾਉਣੀ ਚਾਹੁੰਦਾ ਕਿ ਇਹ ਗੱਲ ਨੂੰ ਸਮਝੋ, ਇਸ ਗੱਲ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਮਤਲਬ ਲੈ ਕੇ ਆਓ। ਤੇ ਇਸ ਜਿਹੜੀ ਕਿਉਂਕਿ ਵੈਸਟ ਦਾ ਈਡੀਅਮ ਬੜਾ ਸਟਰੋਂਗ। ਵੈਸੇ ਮੈਨੂੰ ਕਹਿਣਾ ਨਹੀਂ ਚਾਹੀਦਾ ਡਾਕਟਰ ਲੋ, ਤੁਸੀਂ ਇਸ ਫੀਲਡ ਦੇ ਮਾਹਰ ਹੋ। ਨਹੀਂ, ਮੈਂ ਮਾਹਰ ਨਹੀਂ ਹਾਂ, ਮੈਂ ਤਾਂ ਇੱਕ ਸਟੂਡੈਂਟ ਹਾਂ। ਬਹੁਤ ਸਾਡੇ ਕੋਲੇ ਜਿਹੜੀਆਂ ਜਾਣਕਾਰੀਆਂ ਹੈਗੀਆਂ, ਬਹੁਤ ਇਹੋ ਜਿਹੇ ਬੁੱਧੀਜੀਵੀ ਜਿਹੜੇ ਖੁਦ ਅਪਰੋਚ ਕਰਦੇ ਰਹੇ ਕਿ ਸਾਨੂੰ 2 ਟ੍ਰਾਂਸਲੇਸ਼ਨ ਅਸੀਂ ਕਰਨੀਆਂ, ਕਿਉਂਕਿ ਉਹਦੇ ਵਿੱਚ ਮਿਲਦਾ ਬਹੁਤ ਕੁਛ ਸੀ। ਉਹ ਤਾਂ ਇੱਕ ਛੋਟੀਆਂ ਗੱਲਾਂ ਹੈਗੀਆਂ। ਤੇ ਤੁਸੀਂ ਕਹਿੰਦੇ ਮੈਂ ਸਿੰਗਲ ਪੈਨ ਇੰਚਾਰਜ ਕੀਤੀ। ਹਾਂ, ਮੈਂ ਕਾਹਦੇ ਲਈ ਚਾਰਜ ਕਰਨੀ ਸੀ? ਜਿਹੜੀ ਚਾਰਜ ਕਰਨੀ ਸੀ ਟੋੜਾ ਸਾਹਿਬ ਨਾਲ ਜਦੋਂ ਗੱਲ ਹੋਈ, ਉਹ ਤਾਂ ਚਲੋ ਮੈਨੂੰ ਕਹਿਣੀ ਨਹੀਂ ਚਾਹੀਦੀ। ਉਹ ਮੈਨੂੰ ਕਹਿਣ ਲੱਗੇ ਵੀ ਮੈਂ 25 ਲੱਖ ਵਾਈਸ ਐਡਮਿਰਲ ਸਤਿੰਦਰਾ ਸਿੰਘ ਨੂੰ ਦਿੱਤਾ ਤੇ ਹੋਰ ਦੇਣਾ, ਤੇ ਤੁਹਾਨੂੰ ਵੀ ਮੈਂ ਕਿਹਾ ਜੀ ਤੁਸੀਂ ਕਿੱਥੋਂ ਦਓਗੇ? ਕਹਿੰਦੇ ਜੀ ਮੈਂ ਸ਼੍ਰੋਮਣੀ ਕਮੇਟੀ 'ਚ ਦੂੰ। ਮੈਂ ਕਿਹਾ ਸ਼੍ਰੋਮਣੀ ਕਮੇਟੀ ਕੋਲ ਪੈਸਾ ਕਿੱਥੋਂ ਆਉਂਦਾ? ਕਹਿੰਦੇ ਉਹੀ ਚੜਾਵੇ ਦਾ। ਮੈਂ ਕਿਹਾ ਮੈਂ ਚੜਾਵੇ ਦਾ ਪੈਸਾ ਨਹੀਂ ਲੈਣਾ, ਮੈਨੂੰ ਚੜਾਵੇ ਦੇ ਪੈਸੇ ਦੀ ਜ਼ਰੂਰਤ ਨਹੀਂ। ਮੈਂ ਸਮਰੱਥ ਹਾਂ ਆਪਣਾ, ਮਤਲਬ ਮੇਰੀ ਤਾਂ ਲਾਈਫ ਪ੍ਰੋਫੈਸ਼ਨਲ ਆਦਮੀ ਹੈ, ਮੈਨੂੰ ਤਨਖਾਹਾਂ ਮਿਲਦੀਆਂ, ਪੈਨਸ਼ਨਾਂ ਮਿਲਦੀਆਂ, ਮੇਰੇ ਕੋਲ ਥੋੜੀ ਬਹੁਤੀ ਰੋਟੀ ਖਾਣ ਦੇ ਪੈਸੇ ਹੈਗੇ, ਮੈਨੂੰ ਜ਼ਰੂਰਤ ਨਹੀਂ। ਮੈਂ ਇੱਕੋ ਮੇਰੀ ਬੱਚੀ ਆ, ਮੈਂ ਨਹੀਂ ਚਾਹੁੰਦਾ ਚੜਾਵੇ ਦਾ ਪੈਸਾ ਉਸ ਦੇ ਉੱਤੇ ਕਿਸੇ ਕਿਸਮ ਦਾ ਪਏ। ਕਿਉਂ? ਚੜਾਵਾ ਕੀ ਹੁੰਦਾ? ਚੜਾਵਾ ਕੀ ਹੁੰਦਾ? ਹੁਣ ਗੱਲ ਹੋਰ ਪਾਸੇ ਚਲੀ। ਚੜਾਵਾ ਹੁੰਦਾ ਕਿਸੇ ਦਾ ਪੁੱਤ ਮਰ ਗਿਆ, ਧੀ ਮਰ ਗਈ, ਕੋਈ ਗੱਲ ਹੋ ਗਈ, ਉੱਥੇ ਜਾ ਕੇ ਅਗਲਾ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਉਹਦੀ ਰੂਹ ਨੂੰ ਸ਼ਾਂਤੀ ਹੋਵੇ। ਦਰਬਾਰ ਸਾਹਿਬ ਦੇ ਉਹ ਗੁਰਦੁਆਰੇ ਦਰਬਾਰ ਸਾਹਿਬ ਕਿਤੇ ਵੀ ਗਏ ਤਾਂ ਉਹ ਪੈਸਾ ਜਿਹੜਾ ਹੈਗਾ ਉਹ ਬੜਾ ਮਤਲਬ ਇਸ ਕਿਸਮ ਦਾ ਪੈਸਾ ਜਿਹੜਾ ਗਰੀਬਾਂ ਲਈ, ਭੁੱਖਿਆਂ ਲਈ, ਨੰਗਿਆਂ ਲਈ, ਬੇਆਸਰਿਆਂ ਲਈ। ਅਸੀਂ ਅਰਦਾਸ ਕੀ ਕਰਦੇ ਹਾਂ? ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ। ਸਮਝੇ ਜੀ? ਤਾਂ ਉਹ ਪੈਸੇ ਨੂੰ ਤੁਸੀਂ ਲੁੱਟ ਲੋਗੇ, ਉਹ ਪੈਸੇ ਨਾਲ ਤੁਸੀਂ ਪ੍ਰਫੁੱਲਤ ਹੋ ਜਾਓਗੇ। ਸਮਝੇ ਕਿ ਨਹੀਂ? ਹੁਣ ਇਸੇ ਤਰ੍ਹਾਂ ਮੈਂ ਗੁਰੂ ਨਾਨਕ ਸਕੂਲ ਆ ਸਾਡਾ, ਉਹਦਾ ਮੈਂ ਜਨਰਲ ਸੈਕਟਰੀ ਹਾਂ। ਮੈਂ ਉੱਥੇ ਵੀ ਕਹਿੰਦਾ, ਮੈਂ ਕਿਹਾ ਇਹ ਤਾਂ ਪੈਸਾ ਮਤ ਖਾਇਓ, ਇਹ ਪੈਸਾ ਗੁਰੂ ਨਾਨਕ ਦਾ, ਇਹ ਉਹ ਪੈਸਾ ਜਿਹੜਾ ਗੁਰੂ ਨਾਨਕ ਨੇ ਆਪਣਾ ਸਾਰਾ ਨਿਛਾਵਰ ਕਰ ਦਿੱਤਾ ਭੁੱਖਿਆਂ ਨੰਗਿਆਂ ਜਿਹੜੇ ਵਿਚਾਰੇ ਸਾਧ ਸੰਤ ਸੀਗੇ। ਸਮਝੇ? ਔਰ ਜਿਹੜੇ ਬਾਕੀ ਬਚ ਗਏ ਉਹ ਕਹਿੰਦੇ ਜੀ ਆ ਲੈ ਲਓ। ਉਹ ਕਹਿੰਦਾ ਨਹੀਂ, ਇਹਦੇ ਤੁਹਾਨੂੰ ਫੇਰ ਕੰਮ ਆਉਣਗੇ। ਚਲੋ ਆਪਾਂ ਹੁਣ ਏਜੰਡੇ ਤੇ ਵਾਪਸ ਆਈਏ। ਜਿਹੜੇ ਸਿੱਖ ਰਾਜ ਦੀ ਤੁਸੀਂ ਗੱਲ ਕਰਦੇ ਹੋ, ਇਸ ਵਕਤ ਅੰਮ੍ਰਿਤਪਾਲ ਸਿੰਘ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖੋ? ਮੈਂ ਅੰਮ੍ਰਿਤਪਾਲ ਸਿੰਘ ਨੂੰ ਨਾ ਕਦੇ ਮਿਲਿਆ, ਨਾ ਮੈਂ ਉਹਦੇ ਨਾਲ ਕਦੇ ਮੀਟਿੰਗ ਕੀਤੀ ਹੈ, ਨਾ ਮੈਂ ਉਹਨੂੰ ਬਹੁਤਾ ਜਾਣਦਾ ਪਛਾਣਦਾ। ਪਰ ਆ ਜੋ ਹੁਣ ਚਰਚਾ ਉਹਦੇ ਬਾਰੇ ਬਹੁਤ ਜ਼ਿਆਦਾ ਹੋ ਰਹੀ, ਉਹਦਾ ਇੱਕ ਕਾਰਨ ਆ KP ਜੀ। ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਬਹੁਤ ਬੜਾ ਪੋਲੀਟੀਕਲ ਵੈਕਿਊਮ। ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼, ਕਿਉਂ ਉਸ ਨੂੰ ਲੋਕ ਐਕਸੈਪਟ ਕਰ ਰਹੇ ਹੈ। ਐਨਾਲਿਸਿਸ ਐਜ਼ ਏ ਹਿਸਟੋਰੀਅਨ ਮੈਂ ਉਹ ਕਰ ਰਿਹਾ।
ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਦੇ ਵਿੱਚ ਇੱਕ ਬਹੁਤ ਬੜਾ ਲੀਡਰਸ਼ਿਪ ਦਾ ਵੈਕਿਊਮ ਕਿ ਉਹ ਕੌਣ ਆ ਕਲੇਮੈਂਟ ਆਫ ਲੀਡਰਸ਼ਿਪ। ਤੁਸੀਂ ਉਹਨਾਂ ਨੂੰ ਦੇਖੋ, ਇੱਕ ਪਾਸੇ ਤਾਂ ਆਮ ਪਾਰਟੀ ਆ ਗਈ। ਆਮ ਪਾਰਟੀ ਸਿੱਖਾਂ ਦੀ ਕੋਈ ਗੱਲ ਨਹੀਂ, ਬਲਕਿ ਸਿੱਖਾਂ ਦੇ ਵਿਰੋਧ 'ਚ ਜੋ ਮੇਰੀ ਅੰਡਰਸਟੈਂਡਿੰਗ ਹੈਗੀ ਹੈ, ਕਿਉਂਕਿ ਜਿਹੜੇ ਕੇਜਰੀਵਾਲ ਸਾਹਿਬ ਨੇ ਉੱਥੇ ਕਿਸੇ ਵੀ ਇੱਕ ਸਿੱਖ ਨੂੰ ਮਿਨਿਸਟਰ ਨਹੀਂ ਬਣਾਇਆ, ਹਾਲਾਂਕਿ 8% ਤੋਂ ਵੱਧ ਉਹਨਾਂ ਦੀ ਆਬਾਦੀ ਹੈ ਦਿੱਲੀ ਦੇ ਵਿੱਚ। ਤਾਂ ਉਸ ਤੋਂ ਉਹਨਾਂ ਦਾ ਆਊਟਲੁੱਕ ਸਾਫ਼ ਹੋ ਜਾਂਦਾ ਹੈਗਾ ਕੇਜਰੀਵਾਲ ਸਾਹਿਬ ਦਾ। ਸੋ ਭਗਵੰਤ ਮਾਨ ਤਾਂ ਸਿੰਘ ਹੀ ਨਹੀਂ ਲਿਖਦਾ ਆਪਣੇ ਨਾਮ ਨਾਲ, ਭਗਵੰਤ ਮਾਨ ਕਹਿੰਦਾ। ਤਾਂ ਲੋਕਾਂ ਨੂੰ ਮਤਲਬ ਸਿੱਖਾਂ ਦੇ ਵਿੱਚ ਬੇਭਰੋਸਗੀ ਆ। ਕਲੇਮ ਕੋਈ ਆਪੇ ਕਹੀ ਜਾਵੇ ਵੀ ਮੈਂ ਲੀਡਰ ਹਾਂ ਸਿੱਖਾਂ ਦਾ, ਪਰ ਸਿੱਖਾਂ ਨੂੰ ਉਹਨਾਂ ਤੇ ਭਰੋਸਾ ਨਹੀਂ, ਮਾਫ ਕਰਨਾ ਇਹ ਗੱਲ ਮੈਂ ਕਹਿ ਰਿਹਾ। ਨਾ ਤਾਂ ਕਾਂਗਰਸ ਲੀਡਰਸ਼ਿਪ ਦੇ ਉੱਤੇ ਕੋਈ ਭਰੋਸਾ, ਜਿਸ ਕਿਸਮ ਦਾ ਰਾਜ ਕਾਂਗਰਸ ਨੇ ਕੀਤਾ, ਸਾਡਾ ਤਾਂ ਬਹੁਤ ਬੁਰਾ ਇਤਿਹਾਸ ਆ ਉਹਨਾਂ ਦੇ ਨਾਲ। ਦਰਬਾਰ ਸਾਹਿਬ ਤੇ ਹਮਲਾ ਕੀਤਾ, ਜੋ ਕੁਛ ਕੀਤਾ, ਬਲੂ ਸਟਾਰ ਅਟੈਕ, ਹੋਰ ਬਹੁਤ ਸਾਰੀਆਂ ਸਾਡੇ ਨਾਲ ਜ਼ਾਤੀਆਂ ਹੋਈਆਂ। ਇਨਸਾਫ ਸਾਨੂੰ ਮਿਲਿਆ ਨਹੀਂ। ਇਹ ਗੱਲ ਮੈਂ ਮਤਲਬ ਕੋਈ ਬੰਦਾ ਮੇਰੇ ਨਾਲ ਡਿਬੇਟ ਕਰ ਲੇ, ਮੇਰੀ ਕਿਤਾਬ ਦੇ ਵਿੱਚ ਪਾਣੀਆਂ ਦੇ ਮੁੱਦੇ ਤੇ ਸਾਰੀ ਡਿਟੇਲਡ ਤੇ ਕੰਪਰੀਹੈਂਸਿਵ ਸਟੱਡੀ ਹੈਗੀ। ਤੋ ਉਸ ਸੰਦਰਭ ਦੇ ਵਿੱਚ ਕੌਣ ਆ ਲੀਡਰ ਸਿੱਖਾਂ ਦਾ? ਮੈਨੂੰ ਤੁਸੀਂ ਬਹੁਤ ਬੜੇ ਜਰਨਲਿਸਟ ਹੋ, ਬਹੁਤ ਤੁਸੀਂ ਪੜ੍ਹਦੇ ਹੋ, ਬਹੁਤ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਮੈਨੂੰ ਦੱਸੋ ਕੌਣ ਸਿੱਖਾਂ ਦਾ ਲੀਡਰ, ਕੌਣ ਹੈ ਸਿੱਖਾਂ ਦਾ ਰਹਿਨੁਮਾ ਇਸ ਵੇਲੇ? ਦੱਸੋ ਕੌਣ ਹੈ? ਸਾਰੇ ਕਹਿੰਦੇ ਅਸੀਂ ਲੀਡਰ ਹਾਂ। ਉਹ ਤਾਂ ਆਪ ਕਹਿੰਦੇ ਆ ਨਾ, ਆਪ ਕਹਿੰਦੇ। ਜਦੋਂ ਪੋਲਿਟਿਕਸ ਇਮਰਜ ਕਰਦੀ ਹੈ ਉਦੋਂ ਮਿਸਟਰ ਮਾਨ ਨੂੰ ਵੀ ਸਿੱਖ ਲੀਡਰ ਮੰਨਣ ਲੱਗ ਜਾਂਦੇ ਆ। ਮਾਨ ਨੂੰ ਜਿਹੜੀ ਮਾਫ ਕਰਨਾ, ਮੈਂ ਕਿਸੇ ਦਾ ਕੋਈ ਨਾ ਵਿਰੋਧੀ ਹੈ ਨਾ ਹਮਦਰਦ ਆ, ਮੈਂ ਸਿੱਖਾਂ ਦਾ ਹਮਦਰਦ। ਤੁਸੀਂ ਇਹਨਾਂ ਨੂੰ ਬਹੁਤ ਨੇੜੇ ਜਾਣਦੇ ਹੋ। ਮੈਂ ਤਾਂ ਪੁੱਛ ਰਿਹਾ। ਨਹੀਂ, ਮੈਂ ਦੱਸਦਾ ਜਿਹੜੀ ਆਮ ਪਾਰਟੀ ਨੂੰ ਵੋਟ ਕਿਵੇਂ ਪਈ, ਕਿਉਂ ਪਈ, ਉਹਦਾ ਕਾਰਨ ਆਮ ਜਿਹੜੇ ਲੋਕ ਸੀ ਉਹ ਟੋਟਲੀ ਡਿਸਇਲੂਜਨ ਹੋ ਚੁੱਕੇ ਸੀ ਅਕਾਲੀ ਦਲ ਤੋਂ, ਬਾਦਲ ਦੀ ਲੀਡਰਸ਼ਿਪ ਤੋਂ। ਠੀਕ ਹੈ ਜੀ। ਇਸੇ ਤਰੀਕੇ ਦੇ ਨਾਲ ਜਿਹੜੇ ਪੰਜਾਬ ਦੇ ਲੋਕ ਸੀ ਉਹ ਡਿਸਇਲੂਜਨ ਹੋ ਚੁੱਕੇ ਸੀ ਕਾਂਗਰਸ ਤੋਂ, ਬੀਜੇਪੀ ਤੋਂ ਵੀ ਡਿਸਇਲੂਜਨ ਸੀ। ਬੀਜੇਪੀ ਦਾ ਤਾਂ ਕੋਈ ਆਧਾਰ ਹੈ ਨਹੀਂ ਪੰਜਾਬ ਦੇ ਵਿੱਚ। ਠੀਕ ਹੈ ਨਹੀਂ ਜੀ। ਤਾਂ ਲੋਕਾਂ ਨੂੰ ਇੱਕ ਉਮੀਦ ਦੇ ਦਿੱਤੀ, ਔਰ ਲੋਕਾਂ ਨੂੰ ਇੱਕ ਰੰਜਿਸ਼ ਸੀ, ਗੁੱਸਾ ਸੀ ਅਗੇਂਸਟ ਅਕਾਲੀ ਦਲ, ਅਗੇਂਸਟ ਕਾਂਗਰਸ, ਅਗੇਂਸਟ ਅਦਰ ਪਾਰਟੀ। ਤੁਸੀਂ ਅੰਮ੍ਰਿਤਪਾਲ ਨੂੰ ਵੈਕਿਊਮ ਦਾ ਲੀਡਰ ਮੰਨਦੇ ਹੋ? ਮੈਂ ਕਹਿੰਦਾ ਵੀ ਦੇਖੋ, ਮੈਂ ਤਾਂ ਕਿਸੇ ਨੂੰ ਨਹੀਂ ਮੰਨਦਾ, ਪਰ ਜਿਸ ਤਰੀਕੇ ਦੇ ਨਾਲ ਉਹ ਆਇਆ, ਜਿਸ ਤਰੀਕੇ ਨਾਲ ਉਹਨੇ ਕੈਪਚਰ ਕੀਤਾ ਯੂਥ ਦਾ, ਸਿੱਖ ਯੂਥ ਦਾ ਇਮੈਜੀਨੇਸ਼ਨ, ਤਾਂ ਮੈਂ ਸਮਝਦਾ ਵੀ ਉਹ ਹੁਣ ਕਿਉਂਕਿ ਉਹ ਸਿੱਖ ਇਸ਼ੂਜ਼ ਲੈ ਕੇ ਆ ਰਿਹਾ, ਤਾਂ ਨੈਚੁਰਲੀ ਲੋਕ ਪੀਪਲ ਫੀਲ। ਮੈਂ ਛੋਟਾ ਜਿਹਾ ਵਕਫਾ ਲੈ ਕੇ ਫਿਰ ਵਾਪਸ ਆ ਰਿਹਾ ਤੁਹਾਡੇ ਕੋਲੇ। ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ। ਡਾਕਟਰ ਢਿੱਲੋਂ ਦੀਆਂ ਜਿਹੜੀਆਂ ਗੰਭੀਰਤਾ ਵਾਲੀਆਂ, ਸੰਜੀਦਗੀਆਂ ਵਾਲੀਆਂ ਇਹ ਸਾਰੀਆਂ ਟਿੱਪਣੀਆਂ ਹੈਗੀਆਂ ਨੂੰ ਬਹੁਤ ਬਰੀਕੀ ਨਾਲ ਸਮਝਣ ਦੀ ਜ਼ਰੂਰਤ ਹੈਗੀ ਹੈ। ਬਿਟਵੀਨ ਦੀ ਲਾਈਨ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ। ਕੀ ਧਰਮ ਦੇ ਮੁੱਦੇ ਤੇ ਹੀ ਸਿਆਸਤ ਚੱਲਦੀ ਰਹੂਗੀ? ਕੀ ਜਿਹੜੇ ਲੋਕ ਹਿੱਤ ਦੇ ਏਜੰਡੇ ਹੈਗੇ ਆ ਉਹ ਇਹਨਾਂ ਮੁੱਦਿਆਂ ਦੇ ਵਿਚਾਲੇ ਉਸ ਛਾਂ ਹੇਠ ਲੁਕੇ ਰਹਿਣਗੇ? ਕੀ ਇਹ ਪੰਜਾਬ ਦੇ ਮਸਲਿਆਂ ਦਾ ਹੱਲ ਹੈ? ਇਹ ਸਾਰੇ ਸਵਾਲ ਹੋਣਗੇ। ਕੀ ਇਹ ਕੌਮ ਦੇ ਮਸਲਿਆਂ ਦਾ ਹੱਲ ਹੈ? ਕੋਸ਼ਿਸ਼ ਕਰਾਂਗੇ ਆਖਰੀ ਹਿੱਸੇ ਵਿੱਚ ਅਸੀਂ ਜ਼ਰੂਰ ਪੁੱਛਾਂਗੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਢਿੱਲੋਂ, ਪੰਜਾਬ ਦੇ ਮਸਲਿਆਂ ਦਾ ਹੱਲ ਹੈ? ਇਹੋ ਜਿਹੀ ਜਿਹੜੀ ਪੋਲਿਟਿਕਸ, ਇਹੋ ਜਿਹਾ ਏਜੰਡਾ ਜਿਹੜਾ ਸਾਡੇ ਅੱਗੇ ਰੱਖਿਆ ਜਾ ਰਿਹਾ, ਚਾਹੇ ਉਹਦੇ ਵਿੱਚ ਖਾਲਿਸਤਾਨ ਨੂੰ ਬਹੁਤ ਵੱਡੇ ਲੈਵਲ ਤੇ ਪੇਸ਼ ਕੀਤਾ ਜਾ ਰਿਹਾ, ਜ਼ਮੀਨ ਤੇ ਹੈ ਖਾਲਿਸਤਾਨ? ਦੇਖੋ, ਗੱਲ ਇਹ ਆ, ਪੰਜਾਬ ਦੇ ਜਿਹੜੇ ਮੁੱਦੇ ਆ ਨਾ ਜੀ, ਉਹਨਾਂ ਦੇ ਨਾਲ ਸਾਡੇ ਪੰਜਾਬ ਦੇ ਲੋਕਾਂ ਨਾਲ ਬਹੁਤ ਜ਼ਿਆਦਾ ਕਨਸਟੀਟਿਊਸ਼ਨਲ ਇੰਜਸਟਿਸ ਹੋਇਆ। ਖਾਸ ਤੌਰ ਤੇ ਪਾਣੀਆਂ ਦਾ ਮੁੱਦਾ, ਜਿਹੜਾ ਬਹੁਤ ਗੰਭੀਰ ਮੁੱਦਾ, ਬਹੁਤ ਵੱਡਾ ਮੁੱਦਾ। ਇਸੇ ਤਰੀਕੇ UNO ਦੀ ਰਿਪੋਰਟ ਆ, ਮੈਂ ਵਾਈਟ ਪੇਪਰ 'ਚ ਕੋਟ ਕੀਤੀ ਸੀ, ਉਹ ਹੈਡਿੰਗ ਦੇ ਕੇ, ਦੀ ਬੇਸਿਸ ਆਫ ਫਿਊਚਰ ਵਾਰਸ ਅਮੰਗਸਟ ਦੀ ਨੇਸ਼ਨ ਵੁੱਡ ਬੀ ਪੋਰਟੇਬਲ ਵਾਟਰ, ਨਾਟ ਆਇਲ। ਇਹ ਉਹਨਾਂ ਨੇ ਸਪੈਸੀਫਿਕਲੀ ਕਿਹਾ ਵੀ ਆਉਣ ਵਾਲੀਆਂ ਦੁਨੀਆ ਦੀਆਂ ਲੜਾਈਆਂ ਜਿਹੜੀਆਂ ਉਹ ਪਾਣੀ ਤੇ ਆਧਾਰਿਤ ਹੋਣਗੀਆਂ। ਪੋਰਟੇਬਲ ਵਾਟਰ ਪੀਣ ਯੋਗ ਤੇ ਖੇਤੀ ਯੋਗ ਨੂੰ ਅੰਗਰੇਜ਼ੀ 'ਚ ਪੋਰਟੇਬਲ ਵਾਟਰ ਕਹਿੰਦੇ ਆ। ਹੁਣ ਜਿਹੜੀ ਸਾਡੀ ਸਰਕਾਰ ਹੈ ਨਾ ਮੌਜੂਦਾ, ਉਹ ਸਮਝਦੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਪ੍ਰੋਬਲਮ ਕੀ ਹੈ। ਰੀਆਰਗੇਨਾਈਜੇਸ਼ਨ ਐਕਟ ਉਹਨਾਂ ਨੇ ਦੇਖਿਆ ਨਹੀਂ, ਨਾ ਪੜ੍ਹਿਆ। ਇੱਕ ਬਹੁਤ ਕਨਸਟੀਟਿਊਸ਼ਨਲ ਬਰੀਕ ਮੁੱਦਾ, ਕਨਸਟੀਟਿਊਸ਼ਨਲ ਮੁੱਦਾ। ਹੁਣ ਇਸੇ ਤਰੀਕੇ ਨਾਲ ਜਿਹੜੇ ਹਰਜੋਤ ਬੈਂਸ ਤੇ ਉਹ ਚੀਮਾ ਸਾਹਿਬ ਗਏ ਉੱਥੇ, ਜਿਹੜਾ ਨਾਰਥ ਜ਼ੋਨਲ ਮੀਟਿੰਗ ਹੋਈ ਸੀ ਜੈਪੁਰ ਦੇ ਵਿੱਚ, ਉਹ ਕਿਹਾ ਹੈ ਇੱਕ ਟ੍ਰਿਬਿਊਨਲ ਹੋਰ ਬਣਾ ਦਿਓ। ਉਹਨਾਂ ਨੂੰ ਟ੍ਰਿਬਿਊਨਲ ਦੀ ਡੈਫੀਨੇਸ਼ਨ ਹੀ ਨਹੀਂ ਪਤਾ। ਟ੍ਰਿਬਿਊਨਲ ਇੰਟਰਸਟੇਟ ਰਿਵਰਸ ਦੇ ਹੁੰਦੇ ਆ,
ਮੈਂ ਉਹਨਾਂ ਨੂੰ ਸਟੇਟਮੈਂਟ ਅਗਲੇ ਦਿਨ ਦਿੱਤੀ ਵੀ ਤੁਸੀਂ ਤਾਂ ਆਪ ਹੀ ਆਪਣੇ ਹੱਥ ਪੈਰ, ਪਹਿਲਾਂ ਵੀ ਸਿੱਖਾਂ ਨੇ ਆਪਣੇ ਹੱਥ ਪੈਰ ਆਪ ਵਢਾਏ ਆ। ਜਿਹੜਾ ਰਾਜੀਵ ਲੌਂਗੋਵਾਲ ਅਕੋਰਡ ਦੇ ਵਿੱਚ ਲੌਂਗੋਵਾਲ ਨੇ ਲਿਖ ਕੇ ਦਿੱਤਾ ਹੋਇਆ 9ਵੀਂ ਮੱਦ ਦੇ ਵਿੱਚ ਵੀ ਟ੍ਰਿਬਿਊਨਲ ਅਪਾਇੰਟ ਕਰੋ, ਤੇ ਅਸੀਂ 1986 ਜਿਹੜੀ ਹੈਗੀ ਆ ਵਿਸਾਖੀ ਤੱਕ ਆਪ ਪੱਟ ਕੇ ਦੇਵਾਂਗੇ SYL। ਤੋ ਹੁਣ ਇਹਨਾਂ ਨੂੰ ਵਿਚਾਰਿਆਂ ਨੂੰ ਪਤਾ ਕੱਖ ਨਹੀਂ। ਫਿਰ ਡਾਕਟਰ ਨੂੰ ਪਤਾ ਕਿਹਨੂੰ ਹੈ? ਤੁਸੀਂ ਕਹਿੰਦੇ ਸਰਕਾਰ ਨੂੰ ਨਹੀਂ ਪਤਾ ਕੁਝ, ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਨਹੀਂ ਪਤਾ। ਉੱਥੇ ਅਕੋਰਡ ਦੇ ਵਿੱਚ ਤੁਸੀਂ ਕਹਿ ਰਹੇ ਵੀ ਸਿੱਖਾਂ ਨੇ ਆਪ ਹੱਥ ਵੱਢ ਲਏ। ਮੇਰਾ ਸਵਾਲ ਹੈ ਕਿ ਹੁਣ ਜਿਹੜਾ ਤੁਸੀਂ ਕਹਿੰਦੇ ਵੈਕਿਊਮ ਦੇ ਵਿੱਚੋਂ ਲੀਡਰ ਇੱਕ ਨਿਕਲਦਾ ਪਿਆ, ਹਾਂਜੀ, ਇਹ ਲੀਡਰਸ਼ਿਪ ਹੱਲ ਕਰੂਗੀ ਪੰਜਾਬ? ਉਹ ਤਾਂ ਦੇਖੋ ਮੈਨੂੰ ਨਹੀਂ ਪਤਾ, ਮੈਂ ਉਹਦੇ ਨਾਲ ਕਦੇ ਗੱਲ ਨਹੀਂ ਕੀਤੀ, ਬਾਤ ਨਹੀਂ ਕੀਤੀ, ਨਾ ਕਦੇ ਉਹਨੂੰ ਮਿਲਿਆ। ਫਿਰ ਤੁਸੀਂ ਮੈਨੂੰ ਤਾਂ ਪੁੱਛ ਲਿਆ ਲੀਡਰ ਦੱਸੋ ਕਿਹੜਾ ਸਿੱਖਾਂ ਦਾ, ਤੁਸੀਂ ਦੱਸ ਦਿਓ ਨਾ ਸਰ ਲੀਡਰ ਕੌਣ? ਮੈਂ ਕਹਿ ਰਿਹਾ ਤੁਹਾਡੀ 82 ਸਾਲ ਉਮਰ ਹੋ ਗਈ ਡਾਕਟਰ। ਹਾਂਜੀ ਹਾਂਜੀ, ਠੀਕ ਹੈ, ਮੈਂ ਬਹੁਤ ਸੁਣਦਾ ਤੁਹਾਨੂੰ ਡਾਕਟਰ। ਜੀ ਜੀ, ਮੈਨੂੰ ਤਾਂ ਸਰ ਤੁਸੀਂ ਲੀਡਰ ਦੱਸੋ। ਨਹੀਂ, ਮੈਂ ਇਹੀ ਤਾਂ ਕਹਿ ਰਿਹਾ ਵੀ ਵੈਕਿਊਮ ਆ। ਮੈਂ ਤੁਹਾਨੂੰ ਪਹਿਲਾਂ ਕਹਿ ਕੇ ਸ਼ੁਰੂਆਤ ਹੀ ਆਪਾਂ ਇੱਥੋਂ ਕੀਤੀ ਹੈ ਵੀ ਬਹੁਤ ਬੜਾ ਖਲਾਓ ਆ, ਵੈਕਿਊਮ ਆ। ਤੇ ਭਰੂਗਾ ਕਿਵੇਂ ਸਰ ਫਿਰ? ਨਹੀਂ, ਉਹ ਭਰੂਗਾ ਤਾਂ ਉਹੀ ਬੰਦਾ ਜਿਹੜਾ ਸਿੱਖ ਮੁੱਦਿਆਂ ਨੂੰ ਸਮਝ ਕੇ ਵਿਚਾਰ ਕੇ ਉਹਦੀ ਡੂੰਘਾਈ ਤੱਕ ਜਾ ਕੇ ਗੱਲ ਕਰੂਗਾ, ਜਿਹੜਾ ਪੰਜਾਬ ਦੀ ਆਜ਼ਾਦੀ ਦੀ ਗੱਲ ਕਰੂਗਾ, ਜਿਹੜਾ ਖਾਲਿਸਤਾਨ ਦੀ ਗੱਲ ਕਰੂਗਾ, ਉਹ ਕਰੂਗਾ। ਮੇਰੀ ਗੱਲ ਨਹੀਂ ਸਮਝਦੇ, ਸਿੱਖ ਰਾਜ ਦੀ ਗੱਲ ਕਰੇ। ਖਾਲਿਸਤਾਨ ਦੀ ਗੱਲ, ਸਿੱਖ ਦਾ ਰਾਜ ਆ ਜਿਹੜਾ, ਉਸ ਬਹੁਤ ਸੁਪੀਰੀਅਰ ਕਨਸੈਪਟ ਆ, ਜਿਸ ਨੂੰ BBC ਦੇ 5000 ਇਤਿਹਾਸਕਾਰਾਂ ਨੇ ਉਸ ਤੇ ਮੁਹਰ ਲਾ ਦਿੱਤੀ ਹੈ। ਸਮਝੇ ਕਿ ਨਹੀਂ? ਹੁਣ ਅੱਜ ਜਿਹੜੀ ਤੁਸੀਂ ਰਿਲੀਜਨ ਪੋਲਿਟਿਕਸ ਦੀ ਗੱਲ ਕਰਦੇ ਹੋ, ਸਭ ਤੋਂ ਵੱਧ ਜਿਹੜਾ ਮਿਲਾਵਟ ਰਿਲੀਜਨ ਤੇ ਪੋਲਿਟਿਕਸ ਦੀ, ਉਹ ਤਾਂ ਮਤਲਬ ਅੱਜ BJP ਕਰ ਹੀ ਰਹੀ ਹੈ, ਹਿੰਦੂ ਰਾਸ਼ਟਰ ਬਣਾ ਹੀ ਰਹੀ ਹੈ। ਠੀਕ ਹੈ ਸਰ, ਤੁਸੀਂ ਖਾਲਿਸਤਾਨ ਤੇ ਸਿੱਖ ਰਾਜ ਨੂੰ ਅਲੱਗ-ਅਲੱਗ ਰੱਖ ਕੇ ਦੇਖਦੇ ਹੋ? ਦੇਖੋ, ਖਾਲਿਸਤਾਨ ਦੇ ਆਪਣੇ ਡਿਫਰੈਂਟ ਡੈਫੀਨੇਸ਼ਨਸ ਹੈਗੀਆਂ। ਮੇਰੀ ਆਪਣਾ ਡਿਫਰੈਂਟ ਡੈਫੀਨੇਸ਼ਨ ਹੈ ਰਾਜ ਦੀ ਹੈ। ਅਸੀਂ ਰਾਜ ਬਣਾਉਣਾ, ਅਸੀਂ ਸਟੇਟ ਨਹੀਂ ਬਣਾਉਣੀ, ਅਸੀਂ ਨੇਸ਼ਨ ਨਹੀਂ ਬਣਾਉਣੀ, ਅਸੀਂ ਰਾਜ ਦਾ ਸੰਕਲਪ। ਫਿਰ ਥੋੜਾ ਮੈਨੂੰ ਕਲੀਅਰ ਕਰ ਦਿਓ। ਸਿੱਖ ਰਾਜ, ਖਾਲਸਾ ਰਾਜ, ਖਾਲਿਸਤਾਨ, ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ। ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ, ਜਿਸ ਦੇ ਵਿੱਚ ਕੋਈ ਬਦਲਾ ਨਹੀਂ ਹੈ ਕਿਸੇ ਦੇ ਨਾਲ। ਦੇਖੋ, ਸਿੱਖਾਂ ਦੇ ਸਿਰਾਂ ਤੇ ਮੁੱਲ ਰੱਖੇ ਮੁਗਲਾਂ ਨੇ ਰੱਖੇ ਨਾ। ਸਿੱਖਾਂ ਦੇ ਕਿੰਨੀਆਂ ਸ਼ਹਾਦਤਾਂ ਗੁਰੂਆਂ ਦੀਆਂ ਹੋਈਆਂ, ਗੁਰੂਆਂ ਦੇ ਪਰਿਵਾਰਾਂ ਦੀਆਂ ਹੋਈਆਂ। ਜਦੋਂ ਸਿੱਖਾਂ ਦਾ ਰਾਜ ਆ ਗਿਆ, ਉਹਨਾਂ ਨੇ ਕਿਸੇ ਇੱਕ ਮੁਸਲਮਾਨ ਤੋਂ ਬਦਲਾ ਨਹੀਂ ਲਿਆ। ਔਰ ਦੂਸਰੀ ਗੱਲ, ਸਿੱਖ ਜਿਹੜਾ ਰਿਲੀਜਨ ਆ ਉਸ ਦੇ ਵਿੱਚ ਪ੍ਰੋਜ਼ਲਿਟਾਈਜੇਸ਼ਨ ਨਹੀਂ, ਫੋਰਸੀਬਲ ਕਨਵਰਸ਼ਨ, ਜਿਸ ਤਰ੍ਹਾਂ ਹੁਣ ਆ ਪਾਸਟਰ ਕਰ ਰਹੇ ਆ। ਸਮਝੇ ਕਿ ਨਹੀਂ? ਮਤਲਬ ਟੈਂਪਟੇਸ਼ਨ ਦੇਤੀ, ਨੌਕਰੀ ਦੇਤੀ, ਅਹੁਦਾ ਦੇਤਾ, ਕੋਈ ਹੋਰ ਪੈਸਾ ਦੇਤਾ, ਜਾਇਦਾਦ ਦੇਤੀ, ਤੁਸੀਂ ਕਨਵਰਟ ਕਰ ਲਿਆ। ਨੋ, ਇਟ ਇਜ਼ ਨਾਟ ਅਲਾਉਡ। ਜੇ ਕਿਸੇ ਨੂੰ ਸਿੱਖੀਜ਼ਮ ਦੀ ਗ੍ਰੈਂਜਰ ਚੰਗੀ ਲੱਗਦੀ ਆ, ਸਿੱਖੀਜ਼ਮ ਦੀ ਮਤਲਬ ਬਿਊਟੀ ਅੱਛੀ ਲੱਗਦੀ ਆ, ਸਿੱਖ ਬਣ ਜੇ। ਨਹੀਂ ਨਹੀਂ, ਸਿੱਖ ਲੀਡਰਸ਼ਿਪ ਇਹ ਕਿਉਂ ਨਹੀਂ ਕਹਿੰਦੀ ਨਿਆਂ ਲੈਣਾ ਸਾਨੂੰ ਆਉਂਦਾ? ਇਹ ਸ਼ਬਦ ਕਿਉਂ ਨਹੀਂ ਬੋਲਦੀ? ਇਹ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਅਸੀਂ ਨਿਆਂ ਲੈਣਾ ਔਰ ਨਿਆਂ ਦੇਣਾ। ਸਮਝੇ ਕਿ ਨਹੀਂ? ਦੋਨੇ ਪਾਸੇ ਤੁਹਾਡੀ ਜ਼ਿੰਮੇਵਾਰੀ ਵੀ ਹੈ। ਜੇ ਤੁਸੀਂ ਨਿਆਂ ਲੈ ਲਿਆ, ਤੁਸੀਂ ਨਿਆਂ ਦੇਣਾ ਵੀ ਹੈ, ਤੁਹਾਡੀ ਜ਼ਿੰਮੇਵਾਰੀ ਹੈ। ਸਮਝੇ ਕਿ ਨਹੀਂ? ਜੇ ਕੋਈ ਚੀਜ਼ ਲੈ ਲਈ, ਫਰਜ਼ ਕਰੋ ਮੈਂ ਕੋਈ ਚੀਜ਼ ਲੈ ਲਈ, ਤਾਂ ਉਸ ਮੈਂ ਅੱਗੇ ਦੇਣੀ ਹੈ, ਪਾਸ ਆਨ ਕਰਨੀ ਹੈ ਟੂ ਦੀ ਅਦਰ। ਇੱਕ ਤੁਸੀਂ ਹੋਰ ਬੜਾ ਕੰਪੈਰੀਜ਼ਨ ਕਰਦੇ ਰਹੇ ਹੋ ਆਪਣੀਆਂ ਡਿਬੇਟਸ ਵਿੱਚ। ਤੁਸੀਂ ਕਿਹਾ ਤਲਵਾਰ ਨਾ ਕਿਹਾ ਕਰੋ, ਕਿਰਪਾਨ। ਹਾਂ, ਕਿਰਪਾਨ ਕੋ। ਹੁਣ ਤਲਵਾਰ ਚੱਕਣ ਦੀ ਜ਼ਰੂਰਤ ਹੈ ਜਾਂ ਕਿਰਪਾਨ ਚੱਕਣ ਦੀ ਜ਼ਰੂਰਤ ਹੈ? ਨਹੀਂ, ਕਿਰਪਾਨ ਆ ਜਿਹੜੀ ਕਿਰਪਾ ਦੇ ਉੱਤੇ ਆਧਾਰਿਤ ਹੈ। ਮਹਾਰਾਜ ਨੇ ਉਸ ਦਾ ਕਨਸੈਪਟ ਹੀ ਬਦਲ ਦਿੱਤਾ। ਤਲਵਾਰ ਆ ਜਿਹੜੀ ਉਹ ਸਲੌਟਰ ਹੈ, ਜਿਹੜੀ ਕਿਰਪਾਨ ਆ ਕਿਰਪਾ ਕਰਨੀ ਹੈ ਅਸੀਂ ਕਿਸੇ ਦੇ ਉੱਤੇ। ਜੇ ਕੋਈ ਜ਼ੁਲਮੋ ਸਿਤਮ ਹੋ ਰਿਹਾ, ਤਸ਼ੱਦਦ ਹੋ ਰਿਹਾ, ਕੋਈ ਰਿਪਰੈਸ਼ਨ ਹੋ ਰਿਹਾ, ਆਪਰੇਸ਼ਨ ਹੋ ਰਿਹਾ, ਕਿਸੇ ਨੂੰ ਮਾਰ ਕੁੱਟ ਰਿਹਾ ਨਿਹੱਥੇ ਬੰਦੇ ਨੂੰ, ਕੀ ਕਹਿੰਦੇ ਹਾਂ ਅਸੀਂ ਅਰਦਾਸ? ਨਿਉਟਿਆਂ ਦੀ ਆਸ ਨੇ ਆਸਰਾ। ਤਾਂ ਖਾਲਸਾ ਕੌਣ? ਨਿਉਟਿਆਂ ਦੀ ਓਟ ਆ, ਜਿਹੜਾ ਬਿਲਕੁਲ ਹੀ ਮਤਲਬ ਵਿਚਾਰਾ ਨਿਹੱਥਾ ਹੈ, ਉਸ ਦੀ ਓਟ ਤੁਸੀਂ ਦੇਣੀ। ਹੈਲਪਲੈਸ ਹੈਜ਼ ਟੂ ਬੀ ਹੈਲਪਡ। ਤੁਹਾਨੂੰ ਖਾਲਿਸਤਾਨ ਵਿਚਾਰਧਾਰਾ ਪਸੰਦ ਨਹੀਂ? ਨਹੀਂ, ਮੈਨੂੰ ਖਾਲਿਸਤਾਨ ਨਾ ਕੁਛ ਵੀ ਦੇ ਲਓ, ਮੈਨੂੰ ਜਿਹੜਾ ਗੁਰੂ ਦਾ ਸੰਕਲਪ ਹੈ ਰਾਜ ਦਾ, ਉਹ ਬਹੁਤ ਪਸੰਦ ਹੈ। ਸਿੱਖ ਰਾਜ ਬਹੁਤ ਪਸੰਦ ਆ। ਔਰ ਮੈਂ ਸਮਝਦਾ ਦੁਨੀਆ ਦੇ ਵਿੱਚ ਅੱਜ ਜਿਸ ਕਿਸਮ ਦਾ ਸੰਕਟ ਸਾਰੀ ਦੁਨੀਆ 'ਚ ਫੈਲਿਆ, ਹੁਣ ਕੀ ਹੋ ਰਿਹਾ? ਸਾਰੀ ਦੁਨੀਆ 'ਚ ਆਟੋਕ੍ਰੇਸੀ ਆ ਗਈ। ਆਟੋਕ੍ਰੇਸੀ, ਟੋਟਲ ਆਟੋਕ੍ਰੇਸੀ। ਇੱਕ ਆਦਮੀ ਮੈਜੋਰਿਟੀ ਕਮਿਊਨਿਟੀ ਦਾ ਰੂਲਰ ਬਣ ਗਿਆ। ਆ ਹੁਣ ਦੇਖੋ, ਇਟਲੀ ਦੇ ਵਿੱਚ ਜਿਹੜੀ ਲੀਡੀ ਬਣੀ ਹੈ, ਉਹ ਮਸਲੂਨੀ ਦੀ ਫਾਲੋਅਰ ਆ ਬਹੁਤ ਬੜੀ। ਤਾਂ ਕਿਤਨੇ ਭਿਆਨਕ ਸਿਚੁਏਸ਼ਨ 'ਚ ਅਸੀਂ ਗੁਜ਼ਰ ਰਹੇ ਹਾਂ। ਸਿੱਖ ਰਾਜ ਕੌਮ ਦੇ ਮਸਲਿਆਂ ਦਾ ਹੱਲ ਹੈ, ਪੰਜਾਬ ਦੇ ਮਸਲਿਆਂ ਦਾ ਹੱਲ ਹੈ, ਸਿੱਖ ਰਾਜ ਕੌਮ ਦੇ ਮਸਲਿਆਂ ਦਾ ਹੱਲ ਹੈ ਔਰ ਇਨਸਾਨੀਅਤ ਦੇ ਮਸਲਿਆਂ ਦਾ ਹੱਲ ਹੈ, ਸਾਰੀ ਦੁਨੀਆ ਦੀਆਂ ਦੁੱਖ ਤਕਲੀਫਾਂ ਦਾ ਹੱਲ ਹੈ। ਤੇ ਪੰਜਾਬ ਨੂੰ ਜਿਹੜੀ ਆਜ਼ਾਦੀ ਦਿਵਾਉਣ ਦੀ ਗੱਲ ਕੀਤੀ ਜਾ ਰਹੀ ਹੈ, ਤੁਸੀਂ ਇਹਨੂੰ ਸਿੱਖ ਰਾਜ ਦੇ ਕਨਸੈਪਟ ਦੇ ਮੁਤਾਬਕ? ਸਿੱਖ ਰਾਜ ਦਾ ਮੈਂ ਚਾਹੁੰਦਾ ਸਾਰੀ ਦੁਨੀਆ ਦਾ ਜੇ ਕੋਈ ਅੱਜ ਸੋਲੂਸ਼ਨ ਹੈ ਤਾਂ ਉਹ ਸਿੱਖ ਰਾਜ ਹੈ, ਹੋਰ ਕੋਈ ਹੈ ਹੀ ਨਹੀਂ। ਨਹੀਂ, ਸਾਰੀ ਦੁਨੀਆ ਸੋਲੂਸ਼ਨ ਹੈ। ਮੇਰੀ ਇਸ ਗੱਲ ਸੁਣੋ, ਕਿੰਨੇ ਕਨਸੈਪਟ, ਕਮਿਊਨਿਜ਼ਮ ਦਾ ਕਨਸੈਪਟ ਫੇਲ ਹੋ ਗਿਆ,
ਸੋਸ਼ਲਿਜ਼ਮ ਦਾ ਕਨਸੈਪਟ ਫੇਲ ਹੋਇਆ। ਫਿਰ ਇਸੇ ਤਰੀਕੇ ਦੇ ਨਾਲ ਜਿਹੜੀਆਂ ਤੁਸੀਂ ਕਹਿੰਦੇ ਹੋ ਜੀ ਬੜੀ ਪੈਸੇ ਵਾਲਿਆਂ ਦਾ ਕਨਸੈਪਟ ਫੇਲ ਹੋ ਗਿਆ, ਸਮਝੇ ਕਿ ਨਹੀਂ। ਅੱਜ ਜੇ ਕੋਈ ਕਨਸੈਪਟ ਨਹੀਂ ਫੇਲ ਹੋਇਆ ਜਿਸ ਨੇ ਇਤਿਹਾਸ ਦੇ ਉੱਤੇ ਬਹੁਤ ਵੱਡੀ ਛਾਪ ਛੱਡੀ ਹੈ, ਉਹ ਸਿੱਖ ਰਾਜ ਦੀ ਹੈਗੀ। ਪੰਜਾਬ ਨੂੰ ਸਿੱਖ ਰਾਜ ਦੀ ਮੰਗ ਵੱਡੀ ਮੈਂ ਕਹਿੰਦਾ ਪੰਜਾਬ ਕਿਉਂ ਸਾਰੇ ਹਿੰਦੁਸਤਾਨ 'ਚ ਸਿੱਖ ਰਾਜ ਦਾ ਕਨਸੈਪਟ ਹੋਣਾ ਚਾਹੀਦਾ, ਜੇ ਸਾਰੀ ਦੁਨੀਆ 'ਚ ਸਿੱਖ ਰਾਜ ਹੋਣਾ ਚਾਹੀਦਾ, ਕਿਉਂ ਪੰਜਾਬ 'ਚ ਇਕੱਲੇ ਨੂੰ। ਨਹੀਂ, ਜਿਹੜਾ ਇਹ ਹਰਿਆਣਾ ਕਮੇਟੀ ਦਾ ਮਸਲਾ, ਸ਼੍ਰੋਮਣੀ ਕਮੇਟੀ ਦਾ ਮਸਲਾ ਖੜਾ ਹੋਇਆ, ਉਸ ਵਿੱਚ ਸਿੱਖ ਰਾਜ ਦੀ ਗੱਲ ਹੋ ਰਹੀ ਹੈ ਜਾਂ ਸਿਰਫ ਪ੍ਰਬੰਧ ਸੰਭਾਲਣ ਦੀ ਗੱਲ? ਉਹ ਤਾਂ ਪ੍ਰਬੰਧ ਆ, ਦੇਖੋ ਪ੍ਰਬੰਧ ਤਾਂ ਐਵੇਂ ਉਹਨੂੰ ਤੋੜੀ ਜਾਂਦੇ ਆ। ਜੇ ਪ੍ਰਬੰਧ ਇੱਕ ਕਮੇਟੀ ਚਲਾ ਸਕਦੀ ਹੈ ਤਾਂ ਕੀ ਲੋੜ ਆ 2 3 4 5 ਕਮੇਟੀਆਂ ਬਣਾਉਣ ਦੀ? ਮੈਨੂੰ ਦੱਸੋ ਕੀ ਜ਼ਰੂਰਤ। ਤੁਸੀਂ ਹਰਿਆਣਾ ਕਮੇਟੀ ਦੇ ਹੱਕ ਵਿੱਚ ਨਹੀਂ, ਮੈਂ ਉਸ ਦੇ ਹੱਕ ਵਿੱਚ ਨਹੀਂ। ਆਈ ਐਮ ਟੋਟਲੀ ਅਗੇਂਸਟ ਦੈਟ। ਅਕਾਲੀ ਦਲ ਠੀਕ ਸਟੈਂਡ ਲਈ ਬੈਠਾ? ਅਕਾਲੀ ਦਲ ਦਾ ਤਾਂ ਮੈਨੂੰ ਪਤਾ ਨਹੀਂ ਕੀ ਸਟੈਂਡ ਹੈ ਕੀ ਨਹੀਂ, ਉਹਨਾਂ ਦਾ ਤਾਂ ਕੋਈ ਮੈਨੂੰ ਸਮਝ ਤੋਂ ਬਾਹਰ ਆ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਸਿੱਖ ਰਹਿਤ ਮਰਿਆਦਾ ਇੱਕ ਹੈ, ਸਿੱਖ ਰਹਿਤ ਮਰਿਆਦਾ ਇੱਕ ਹੈ, ਉਹ ਰਹਿਤ ਮਰਿਆਦਾ ਕਿਸ ਨੇ ਇੰਪਲੀਮੈਂਟ ਕਰਨੀ ਹੈ? ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੰਪਲੀਮੈਂਟ ਕਰਾਉਣੀ ਆਪਣੇ ਪ੍ਰਬੰਧ ਰਾਹੀਂ। ਡਾਕਟਰ ਢਿੱਲੋਂ, ਸਾਡੇ ਸਾਹਮਣੇ ਬੰਦੀ ਸਿੱਖਾਂ ਦਾ ਮਸਲਾ, ਸਾਡੇ ਸਾਹਮਣੇ ਕਮੇਟੀਆਂ ਦਾ ਮਸਲਾ, ਸਾਡੇ ਸਾਹਮਣੇ ਖਾਲਿਸਤਾਨ ਦਾ ਮਸਲਾ, ਸਾਡੇ ਸਾਹਮਣੇ ਇਹ ਸਾਰੇ ਮਸਲੇ ਰੱਖੇ ਜਾ ਰਹੇ ਆ ਕਿ ਇਹਨਾਂ ਮਸਲਿਆਂ ਨਾਲ ਪੰਜਾਬ ਦੇ ਹੱਲ ਹੈ ਜਾਂ ਨਹੀਂ? ਸਰ, ਮੈਂ ਕਹਿੰਦਾ ਪੰਜਾਬ ਦਾ ਹੱਲ ਇੱਕੋ ਗੱਲ ਵਿੱਚ ਹੈ, ਜੇ ਅਸੀਂ ਗੁਰੂ ਦੇ ਸੰਕਲਪ, ਜਿਹੜਾ ਰਾਜ ਦਾ ਸੰਕਲਪ ਹੈ, ਜਿਹੜਾ ਪ੍ਰੈਕਟੀਕਲੀ ਕਰਕੇ ਦਿਖਾਇਆ ਸਿੱਖਾਂ ਨੇ, ਔਰ ਕਰਕੇ ਵੀ ਬਹੁਤ ਲੰਬੇ ਅਰਸੇ ਲਈ ਦਿਖਾਇਆ, ਔਰ ਕਰਕੇ ਵੀ ਉਹਨਾਂ ਹਾਲਾਤਾਂ 'ਚ ਦਿਖਾਇਆ ਜਿੱਥੇ ਕਿ ਮੈਜੋਰਿਟੀ ਦੂਜੇ ਪਾਸੇ, ਮਿਨੋਰਿਟੀ ਇੱਕ ਪਾਸੇ ਹੈ। ਮਿਨੋਰਿਟੀ ਜਸਟਿਸ ਦੇ ਰਹੀ ਹੈ ਮੈਜੋਰਿਟੀ ਨੂੰ, ਮਾਈਨੋਰਿਟੀ ਫੇਅਰ ਪਲੇ ਕਰ ਰਹੀ ਹੈ, ਮਿਨੋਰਿਟੀ ਉਹਨਾਂ ਨੂੰ ਜੌਬਸ ਦੇ ਰਹੀ ਹੈ, ਸਟੇਟਸ ਦੇ ਰਹੀ ਹੈ, ਪੋਜੀਸ਼ਨ ਦੇ ਰਹੀ ਹੈ, ਉਹਨਾਂ ਨੂੰ ਮਾਨਤਾ ਦੇ ਰਹੀ ਹੈ। ਕਿੱਡੀ ਵੱਡੀ ਗੱਲ ਹੈ ਜੀ ਇਹ। ਔਰ ਕਿਸੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਟੈਰੀਟਰੀ ਸੀ, that was bigger than any Mughal empire, ਮਤਲਬ which existed in this part of the world। ਔਰ ਮੈਂ ਤੁਹਾਨੂੰ ਹੋਰ ਵੀ ਦੱਸ ਦਿਆਂ, ਇੱਕੋ ਹੀ ਰੂਲਰ ਆ ਦੁਨੀਆ ਦੇ ਇਤਿਹਾਸ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ, who died unconquered। ਕਿਉਂ? ਉਸ ਨੇ ਜਿਸ ਵਕਤ ਵੀ ਕੋਈ ਲੜਾਈ ਜਿੱਤੀ ਆ, ਕਿਸ ਨੂੰ ਉਹਨੇ ਕਿਹਾ ਵੀ ਇਹ ਮੈਂ ਤੈਨੂੰ ਸਮਰਪਿਤ ਆ ਗੁਰੂ, ਤੇਰੀ ਜਿੱਤ ਆ ਮੇਰੀ ਨਹੀਂ। ਇੱਕ ਲੜਾਈ ਦੇ ਵਿੱਚ ਉਸੇ ਮਨ 'ਚ ਆ ਗਿਆ ਵੀ ਮੈਂ ਜਿੱਤ ਕੇ ਆਇਆ, ਮੈਂ ਆ ਗਈ। ਉਸੇ ਵੇਲੇ ਗਿਆ ਜਿਸ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਰੱਖੇ ਹੋਏ ਸੀ, ਆਪਣੀ ਦਾੜੀ ਨਾਲ ਉਸ ਕਮਰੇ ਦਾ ਫਰਸ਼ ਸਾਫ਼ ਕਰਕੇ ਮਹਾਰਾਜ ਅੱਗੇ ਅਰਦਾਸ ਕੀਤੀ, ਮੇਰੇ ਤੋਂ ਗਲਤੀ ਹੋ ਗਈ। When you attribute your success to the Almighty, then everywhere you are a successful person। If you attribute your success to yourself, ਤਾਂ ਹਉਮੈ ਹੈ, ਹੰਕਾਰ ਹੈ। ਤਾਂ ਗੁਰੂ ਦੀ ਤਾਂ ਬਹੁਤ ਵੱਡਾ ਸੰਕਲਪ ਆ। ਔਰ ਮੈਂ ਸਮਝਦਾ ਅੱਜ ਦੁਨੀਆ ਦੇ ਸਾਹਮਣੇ ਸਾਰੇ ਸਿਸਟਮ ਫੇਲ ਹੋ ਚੁੱਕੇ ਆ। ਦਾ ਓਨਲੀ ਸਿਸਟਮ, ਦੀ ਓਨਲੀ ਕਨਸੈਪਟ ਜਿਹੜਾ ਹੈ ਰਾਜ ਦਾ, ਗੁਰੂਆਂ ਦਾ, ਉਹੀ ਦੁਨੀਆ ਨੂੰ ਸਾਲਵੇਸ਼ਨ ਦਵਾਏਗਾ, ਦੂਜਾ ਨਹੀਂ ਦਵਾ ਸਕਦਾ। ਇਹ ਮੇਰਾ ਦਾਵਾ, ਔਰ ਮੈਂ ਲਿਖਿਆ ਹੋਇਆ, ਵਾਈਟ ਪੇਪਰ 'ਚ ਵੀ ਲਿਖਿਆ ਹੋਇਆ, ਸਿੱਖ ਪੋਲਿਟੀ ਦੇ ਉੱਤੇ ਮੇਰੇ 21 ਪੇਜ ਲਿਖੇ ਹੋਏ। ਮੈਂ ਸਾਰਿਆਂ ਦੀਆਂ ਦੂਜਿਆਂ ਦੀਆਂ ਪੋਲਿਟਿਕਸ ਡਿਸਕਸ ਕੀਤੀਆਂ ਵੀ ਹੈ, ਹਿੰਦੂ ਪੋਲਿਟੀ ਡਿਸਕਸ ਕੀਤੀ ਵੀ ਹੈ, ਕ੍ਰਿਸਚਨ ਪੋਲਿਟੀ ਡਿਸਕਸ ਕੀਤੀ ਵੀ ਹੈ। ਦੀ ਪ੍ਰਿੰਸ ਕਿਤਾਬ ਮੈਕੀਵੈਲੀ ਦੀ, ਉਹ ਕੀ ਕਹਿੰਦੀ ਹੈ, ਖੋਲ ਕੇ ਦੇਖੋ। ਇਸੇ ਤਰ੍ਹਾਂ ਹਿੰਦੂਆਂ ਦੀ, ਤੁਸੀਂ ਧਰਮ ਦੀ ਰਾਹ ਤੇ ਸਿਆਸਤ ਨੂੰ ਚਲਾ ਕੇ ਸਾਰੇ ਮਸਲੇ ਹੱਲ ਕਰਨਾ। ਹਾਂ, ਧਰਮ ਦੀ ਜਿਹੜੀ ਪਿਓਰਿਟੀ ਹੈ ਸਿੱਖ ਧਰਮ ਦੀ, ਜਿਸ ਦੇ ਵਿੱਚ ਕੋਈ ਪੱਖਪਾਤ ਨਹੀਂ, ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਵੈਰ ਨਹੀਂ, ਵਿਰੋਧ ਨਹੀਂ, ਜਿਸ ਦੇ ਨਾਲ ਸਿਰਫ ਇਨਸਾਫ ਆ, ਔਰ ਰੱਬ ਦੇ ਨਾਂ ਦੇ ਉੱਤੇ ਹੈਗਾ, ਉਸ ਦਾ ਮੈਂ ਪੂਰਾ ਸਪੋਰਟਰ ਹਾਂ। ਔਰ ਮੈਂ ਸਮਝਦਾ ਉਹੀ ਸਾਲਵੇਸ਼ਨ ਦੇ ਸਕਦਾ ਦੁਨੀਆ ਦੀ ਅੱਜ ਦੇ ਜਿਹੜੇ ਜਿੰਨੇ ਦੁੱਖ ਤਕਲੀਫਾਂ 'ਚ ਦੁਨੀਆ ਪਈ ਵੀ ਹੈ। ਮੈਂ ਤੁਹਾਨੂੰ ਹੋਰ ਵੀ ਬਹੁਤ ਸੁਣਨਾ ਚਾਹੁੰਦਾ ਹੈ ਡਾਕਟਰ ਢਿੱਲੋਂ, ਪਰ ਵਕਤ ਇਜਾਜ਼ਤ ਨਹੀਂ ਦੇ ਰਿਹਾ। ਕੋਈ ਗੱਲ ਨਹੀਂ, ਫੇਰ ਸੇ ਤੁਹਾਡੀ ਉਮਰ ਲੰਮੇਰੀ ਹੋਵੇ। ਥੈਂਕ ਯੂ ਸੋ ਮਚ। ਮੈਂ ਚਾਹੁੰਦਾ ਜੋ ਤੁਸੀਂ 100 ਸਾਲ ਦੇ ਹੋਵੋ, ਉਦੋਂ ਮੈਂ ਵੀ ਇਸ ਫੀਲਡ ਵਿੱਚ ਹੋਵਾਂ ਤੇ ਮੈਂ ਤੁਹਾਡੀ ਹੋਰ ਇੰਟਰਵਿਊ ਜ਼ਰੂਰ। ਥੈਂਕ ਯੂ ਸੋ ਮਚ। ਤੁਹਾਡੇ ਵਿਚਾਰਾਂ ਨਾਲ ਕੋਈ ਅਸਹਿਮਤ ਹੋ ਸਕਦਾ ਹੈ, ਕੋਈ ਸਹਿਮਤ ਹੋ ਸਕਦਾ ਹੈ। ਓਨੈਸਟ ਡਿਫਰੈਂਸ ਆਫ ਓਪੀਨੀਅਨ ਆਈ ਐਪਰੀਸ਼ੀਏਟ। ਮੈਨੂੰ ਕੋਈ ਤਕਲੀਫ ਨਹੀਂ, ਜੇ ਕੋਈ ਮੇਰੇ ਨਾਲ ਨਹੀਂ ਵੀ ਐਗਰੀ ਕਰਦਾ, ਦੈਨ ਵੈਲਕਮ। He is also a human being. I respect his views। ਜਿਹੜਾ different honest difference of opinion ਉਹ ਹੋਣੀ ਚਾਹੀਦੀ। ਸਮਾਜ ਲਈ ਵੈਲਕਮ ਹੈ। ਹਾਂ, absolutely, absolutely, I appreciate that। ਚਲੋ, ਬਹੁਤ ਧੰਨਵਾਦ। ਥੈਂਕ ਯੂ, ਥੈਂਕ ਯੂ, God bless you। ਇਹ ਸਨ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ। ਤੁਸੀਂ ਇਹਨਾਂ ਤੋਂ ਸਭ ਕੁਝ ਸੁਣ ਲਿਆ, ਮੈਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ। ਬਹੁਤ ਧੰਨਵਾਦ।